विघ्न विनाशन सोए। वाहिगुरु जी की फतेह। विघ्न विघ्न विनाशन विनाशन सोए। सतनाम श्री वाहिगुरु साहिब जीओ। दोहरा श्री गुर चरण तरोवरं शीतल सुंदर छाए। मृग मन बिख्या तप तपियो होए सुख तहां टिकाए। वाहिगुरु वाहिगुरु जी जी का का खालसा खालसा वाहिगुरु वाहिगुरु जी की फतेह। परम सम्मानयोग पर तख्त मालक पालिए कुल आलम राजा नराज पानान पान देवान देव उपमा महान। एक बहादुर महाराज सच्चे पातशाह जी के पावन मुबारक चरना नाल निवाजी धरती द्वारा श्री वारण साहिब पातशाह जी मुकद्दस ओहदे बैठ करके सतगुरु के पावन पवित्र स्थानां घरां विच बैठ करके धन गुरु नानक देव महाराज सच्चे पातशाह जियों के जीवन प्रसंग श्रवण कर रहे हैं। सतगुरु नानक देव महाराज सच्चे पातशाह जिया ने दूर दराडे तक तपदे हुए संसार नूं ठारना कीता। ते भटकिया लोकां नूं सतगुरु नानक देव महाराज सच्चे पातशाह जी सिद्धे मार्ग वल ਤੋਰ ਰਹੇ ਹਨ, ਪ੍ਰੇਰ ਰਹੇ ਹਨ। सतगुरु श्री नानक देव महाराज सच्चे पातशाह जी राजन पास बैठ करके सतगुरु महाराज सच्चे पातशाह जी ने विचार की और सतगुरु नानक देव महाराज सच्चे पातशाह जी ने उस पसरे हुए परिपूर्ण परमात्मा पार ब्रह्म नूं राजन नूं जना दिता कि वो एक दा पसारा उस परिपूर्ण परमात्मा दा पसारा सारे पासे है। और सूरबीर दी जो परिभाषा गुरु नानक देव महाराज जी दिंदे हन कि ਉਹ सूरमा ने जगत के अंदर अपने अंदर नूं जित लिया, विकारा तो जिहड़ा जेतू होया है। बड़ा प्रेम दे अंदर राजन का चित आया, चित करदा कि धन गुरु नानक देव महाराज जियां दे चरनां तो महाराज जी कहण के याद करोगे असीं सहाई हाँ। भाई मरदाना साहिब जियां ने भी एक समा जिहड़ा उस थां ते सुख दे नाल ਉਹ ਸਮਾਂ ਬਤੀਤ ਹੋਇਆ। ਧੰਨ ਗੁਰੂ ਨਾਨਕ ਨੂੰ ਇਹ ਪਾਤਸ਼ਾਹ ਜੀ ਚਾਲਾ ਪਾਉਂਦੇ ਜੋ ਅੱਜ ਦੇ ਪ੍ਰਸੰਗ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀਆਂ ਜੋ ਵੱਖ-ਵੱਖ ਪ੍ਰਚਾਰਕ ਫੇਰੀਆਂ ਹਨ। ਫੇਰੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਉਦਾਸੀਆਂ ਸਨਾਤਨ ਮਤ ਦੇ ਪਾਵਨ ਅਸਥਾਨ ਹਨ ਆਪਣਾ ਹਿੰਦੂ ਮਤ ਦੇ ਉਹਨਾਂ ਵੱਲ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਪ੍ਰਚਾਰਕ ਜਿਹੜੀਆਂ ਫੇਰੀਆਂ ਉਦਾਸੀਆਂ ਹਨ, ਇਹ ਅਰਬ ਦੇਸ਼ਾਂ ਦੇ ਅੰਦਰ, ਅਰਬ ਕੰਟਰੀ ਦੇ ਅੰਦਰ ਤੋਂ ਇਸਲਾਮ ਮਤ ਦੇ ਨਾਲ ਸੰਬੰਧਿਤ ਸਥਾਨ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੀ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹੁੰਚਦੇ, ਜਿਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਵਾਰਾਂ ਵਿੱਚ ਵੀ ਵਿਸਥਾਰ ਨਾਲ ਕੀਤਾ। ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਾਣ ਦਾ, ਪੱਕੇ ਮਦੀਨੇ ਧਰਤੀ ਨਾਨਕ ਦੇਵ ਮਹਾਰਾਜ ਜੀਆਂ ਦਾ, ਜਿਹੜੀਆਂ ਫਿਰ ਉੱਥੇ ਘਟਨਾਵਾਂ ਵਾਪਰੀਆਂ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਤਿਕਾਰਯੋਗ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜੋ ਸਾਥੀ ਨੇ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਅਜਿਹੇ ਸਮੇਂ ਦੇ ਨਾਲ ਉਹ ਸਾਥੀ ਨੇ। ਇੱਥੋਂ ਤੱਕ ਸਾਧ ਸੰਗਤ ਜੀਓ, ਜੋ ਆਪਾਂ ਲੜੀਵਾਰੇ ਪ੍ਰਸੰਗ ਸਰਵਣ ਕੀਤੇ ਹਨ, ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ। ਅੱਜ ਦੇ ਜੋ ਪ੍ਰਸੰਗ ਹਨ, ਮਹਾਰਾਜ ਜੀਆਂ ਦੀ ਮੁਬਾਰਕ ਜੀਵਨ ਕਥਾ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨ ਤਰੋਵਰੰ ਸੀਤਲ ਸੁੰਦਰ ਛਾਏ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ ਕਵੀ ਜੀਆਂ ਨੇ ਅਧਿਆਇ ਪ੍ਰਾਰੰਭ ਕਰਨ ਤੋਂ ਪਹਿਲਾਂ ਮੰਗਲ ਕੀਤਾ ਕਿ ਮਾਲਕ ਜੀਆਂ ਦੇ ਮੁਬਾਰਕ ਚਰਨ ਕਲਪ ਬ੍ਰਿਛ ਸਮਾਨ ਹਨ। ਨੂੰ ਭਾਉਣ ਵਾਲੀ ਮਨ ਜਿਹੜਾ ਮੈਨੂੰ ਟਿਕਣ ਨਹੀਂ ਦਿੰਦਾ। ਜਦੋਂ ਮੈਂ ਗੁਰੂ ਦੇ ਚਰਨਾਂ ਕੋਲ ਜਾਵਾਂ ਤੇ ਉੱਥੇ ਗੁਰੂ ਦੇ ਚਰਨਾਂ ਦੀ ਠੰਡੀ ਮਿੱਠੀ ਛਾਂ ਦੇ ਨਾਲ ਅੰਦਰ ਨੂੰ ਵੀ ਚੈਨ ਮਿਲਦਾ ਹੈ, ਅੰਦਰ ਨੂੰ ਵੀ ਜੋ ਹੈ ਉਹ ਟਿਕਾ ਮਿਲਦਾ ਹੈ। ਵਿਕਾਰਾਂ ਨਾਲ ਤਪੇ ਹੋਏ ਮਨ ਨੂੰ ਗੁਰੂ ਦੇ ਜਦੋਂ ਮੁਬਾਰਕ ਚਰਨਾਂ ਰੂਪੀ ਬ੍ਰਿਛ ਦੇ ਕੋਲ ਜਦੋਂ ਮੈਂ ਆਵਾਂ, ਉਸ ਥਾਂ ਆਣ ਕੇ ਅਤਿਅੰਤ ਚੈਨ ਸੁਖ ਮਿਲਦਾ ਹੈ। ਜੋ ਪਈ ਸੁਨੋ ਗੁਰੂ ਅੰਗਦ ਜੀ ਕਥਾ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀਓ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਕਥਾ ਸਰਵਣ ਕਰੋ। ਭਈ ਜਥਾ ਉਚਰੋਂ ਪੁਨ ਤਥਾ। ਜਿਸ ਪ੍ਰਕਾਰ ਉਹ ਬੀਤੀ ਹੈ ਉਸੇ ਤਰ੍ਹਾਂ ਮੈਂ ਆਪ ਜੀਆਂ ਦੇ ਨਾਲ ਸਾਂਝ ਪਾਉਂਦਾ ਹਾਂ। ਕਵਲ ਨੈਣ ਕੋ ਦੀਨੋ ਗਿਆਨਾ। ਮਹਾਰਾਜ ਜੀਆਂ ਨੇ ਰਾਜਨ ਕਮਲ ਲੈਣ ਨੂੰ ਵੱਡਾ ਜਿਹੜਾ ਆਤਮਿਕ ਗਿਆਨ ਸੀ ਮਹਾਰਾਜ ਜੀਆਂ ਨੇ ਬਖਸ਼ਿਆ ਹੈ। ਮਹਾਰਾਜ ਜੀਆਂ ਨੇ ਗਿਆਨ ਬਖਸ਼ਿਸ਼ ਕੀਤਾ ਕਿਉਂਕਿ ਜਿਤਨਾ ਵੀ ਇਹ ਜੀਵ ਦੀ ਭਟਕਣਾ ਹੈ, ਜੀਵ ਦੀ ਭਟਕਣਾ ਦਾ ਕਾਰਨ ਹੀ ਅਗਿਆਨਤਾ ਹੈ। ਅਗਿਆਨਤਾ ਵਸ ਹੀ ਹੋ ਕਰਕੇ ਜੀਵ ਸੰਸਾਰ ਦੇ ਅੰਦਰ ਭਟਕ ਰਿਹਾ ਹੈ। ਜਿਸ ਦਿਨ ਜੀਵ ਨੂੰ ਗਿਆਨ ਹੋ ਗਿਆ, ਉਸੇ ਦਿਨ ਜਿਹੜੀ ਇਹਦੀ ਭਟਕਣਾ ਹੈ, ਇਹ ਭਟਕਣਾ ਖਤਮ ਹੋ ਜਾਏਗੀ ਉਹ ਗਿਆਨ ਦੇ ਨਾਲ। ਤੇ ਵੱਡੀ ਜਿਹੜੀ ਗੱਲ ਇਹ ਹੈ, ਉਹ ਗਿਆਨ ਕਿਤਾਬੀ ਇਲਮ ਨਹੀਂ ਹੈ, ਉਹ ਗਿਆਨ ਕਿਤਾਬੀ ਗਿਆਨ ਨਹੀਂ ਹੈ। ਉਹ ਕਿਤਾਬ ਤਾਂ ਉਹ ਗਿਆਨ ਤਾਂ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਸੁਰਤ ਜੋੜਿਆ ਹੀ ਨਸੀਬ ਹੁੰਦਾ ਹੈ, ਜਿਸ ਅਧਿਆਤਮਕ ਗਿਆਨ ਨੇ ਮਾਲਕ ਜੀਆਂ ਦੇ ਚਰਨਾਂ ਵਿੱਚ ਥਾਂ ਨਸੀਬ ਕਰਾਉਣੀ ਹੈ। ਅੰਧਿਆਰੇ ਦੀਪਕ ਚਈਆ, ਇੱਕ ਵਸਤ ਗੋਚਰ ਲਈਆ। ਗੁਰੂ ਦੇ ਮੁਬਾਰਕ ਗਿਆਨ ਰੂਪੀ ਦੀਪਕ ਦੇ ਨਾਲ ਚਾਨਣ ਹੋ ਜਾਂਦਾ ਹੈ। ਸਤਿਗੁਰੂ ਜੀ ਰਾਜਨ ਕਮਲ ਲੈਣ ਨੂੰ ਮਹਾਰਾਜ ਜੀਆਂ ਨੇ ਗਿਆਨ ਬਖਸ਼ਿਆ। ਆਤਮ ਅੰਤਰ ਵਹਿਰ ਦਿਖਾਨਾ। ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜਾ ਅੰਦਰ ਉਹ ਬਾਹਰ, ਜਿਹੜਾ ਬਾਹਰ ਉਹ ਅੰਦਰ ਵੀ ਵਿਖਾਲ ਦਿੱਤਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ। ਸਤਿਗੁਰੂ ਜੋ ਬਾਹਰ ਹੈ ਉਹ ਅੰਦਰ ਹੈ।
ਸਭੈ ਕਟ ਰਾਮ ਬੋਲੇ, ਰਾਮਾ ਬੋਲੇ ਦਿਖਾਲ ਦਿੱਤਾ, ਪੱਕਾ ਉਹਦਾ ਗਿਆਨ ਕਰਾ ਦਿੱਤਾ। ਬਿਲਕੁਲ ਜ਼ੁਬਾਨੀ ਤੌਰ ਤੇ ਨਹੀਂ ਵੀ ਹੈ ਤਾਂ ਆਪਾਂ ਸਾਰੇ ਕਹਿੰਦੇ ਹਾਂ, ਪਰ ਉਸ ਗੱਲ ਨੂੰ ਮਾਣ ਵੀ ਲੈਣਾ ਉਹ ਵੱਖਰੀ ਬਾਤ ਹੈ। ਰਾਜਨ ਕੰਵਲ ਲੈਣ ਨੂੰ ਮਹਾਰਾਜ ਜੀਆਂ ਨੇ ਜਨਾ ਦਿੱਤਾ। ਕਿਉ ਆਕਾਸ਼ ਪੂਰਨ ਸਭ ਥਾਈ, ਜਿੱਦਾਂ ਸਾਰੇ ਪਾਸੇ ਆਕਾਸ਼ ਪਸਰਿਆ ਹੈ, ਅਸ ਦਿਖਾਏ ਕਰ ਚਲੇ ਗੁਸਾਈ। ਇਸ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਦਾ ਪਸਾਰਾ ਦਿਖਾਲ ਕੇ ਜਗਤ ਦੇ ਸੁਆਮੀ ਗੁਸਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਗਾਂਹ ਨੂੰ ਚੱਲਦੇ ਹਨ। ਮੰਦ ਮੰਦ ਮਗ ਸੁੰਦਰ ਚਾਲੀ, ਹੌਲੀ ਹੌਲੀ ਅਤਿਅੰਤ ਸੁੰਦਰ ਚਾਲ ਨਾਲ ਸ਼ਹਿਨਸ਼ਾਹ ਜੀ ਚੱਲਦੇ ਹਨ। ਕੈਸਾ ਬਿਖਮ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਹ ਰਸਤਾ ਹੋਵੇਗਾ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਪਾਗਰ ਸਿਓ ਬਣਿਆ। ਮਹਾਰਾਜ ਜੀਆਂ ਦੀ ਜਿਹੜਾ ਇਹ ਪੈਂਡਾ ਹੈ, ਭਾਈ ਗੁਰਦਾਸ ਸਾਹਿਬ ਜੀ ਲੱਗੇ ਕਹਿਣ, ਅਤਿਅੰਤ ਵਿਖਿਆ। ਬੜਾ ਹੀ ਇਹ ਜਿਹੜਾ ਵਿਖਮ ਰਸਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ, ਇਹਨਾਂ ਯਾਤਰਾਵਾਂ ਦਾ। ਚਲੋ ਕਿਤੇ ਤਾਂ ਕੋਈ ਸੇਵਾ ਵਾਲੇ ਮਿਲੇ ਹੋਣਗੇ ਤੇ ਕਿਤੇ ਮਹਾਰਾਜ ਜੀਆਂ ਨੂੰ ਬੜੇ ਲੜਨ ਭਿੜਨ ਵਾਲੇ ਵੀ ਮਿਲੇ ਮਹਾਰਾਜ ਜੀਆਂ ਦੇ ਨਾਲ, ਭਾਈ ਮਰਦਾਨਾ ਸਾਹਿਬ ਜੀਆਂ ਦੇ ਨਾਲ। ਫਿਰ ਮਹਾਰਾਜ ਜੀ ਆਪਣੇ ਉਸੇ ਉਹਨਾਂ ਰਸਤਿਆਂ ਉੱਪਰ ਚੱਲਦੇ ਹਨ। ਚਲੇ ਜਾਤ ਗਤ ਦੇ ਜੋ ਸੁਖਾਲੀ, ਜੋ ਸੁਖਾਲੀ ਮੁਕਤੀ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪੰਥ ਵਿਖੇ ਬੋਲਿਓ ਮਰਦਾਨਾ। ਚੱਲਦਿਆਂ ਹੋਇਆਂ ਭਾਈ ਮਰਦਾਨਾ ਸਾਹਿਬ ਜੀ ਬਚਨ ਕਰਦੇ ਹਨ, ਏਥੋਂ ਰਾਜਨ ਰਾਜ ਮਹਾਨਾ। ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਸ਼ਹਿਨਸ਼ਾਹ, ਇਹ ਜੋ ਰਾਜਾ ਸੀ ਜਿਹਦੇ ਕੋਲ ਆਪਾਂ ਇਸ ਥਾਂ ਤੇ ਟਿਕੇ ਸਾਂ, ਜਾਏ ਪਾਸ ਐਸ਼ਵਰਜ ਵਿਸਾਲਾ। ਜਿਹਦੇ ਪਾਸ ਅਤਿਅੰਤ ਵੱਖ-ਵੱਖ ਤਰ੍ਹਾਂ ਦੇ ਨਾਲ ਸੁਖ ਸਾਧਨ ਸਨ। ਮਾਨੇ ਆਨ ਸਰਬ ਪੁਪਾਲਾ, ਹੋਰ ਵੀ ਰਾਜੇ ਜਿਹਦੀ ਆਣ ਕੇ ਆਣ ਮੰਨਦੇ ਸਨ। ਆਹੇ 18 ਟਾਪੂ ਜੇਤੇ, ਪਾਤਸ਼ਾਹ ਜਿਹੜੇ ਹੋਰ ਵੀ ਜਿਹੜੇ 18 ਟਾਪੂ ਹਨ, ਤਿਨ ਮੈਂ ਰਾਜ ਕਰੇ ਨ੍ਰਿਪ ਤੇਤੇ। ਉਹਨਾਂ ਵਿੱਚ ਵੀ ਵੱਖ-ਵੱਖ ਜਿਹੜੇ ਰਾਜੇ ਰਾਜ ਕਰਦੇ ਹਨ। ਸਭ ਹਿਨ ਕੇ ਮੁਝ ਨਾਮ ਸੁਨਾਵੋ, ਪਾਤਸ਼ਾਹ ਮੈਨੂੰ ਉਹਨਾਂ ਬਾਰੇ ਵੀ ਥੋੜਾ ਤੁਸੀਂ ਚਾਨਣਾ ਕਰਵਾ ਦੇਵੋ। ਦੇਸ਼ ਅਪਰ ਚਲ ਬੌਰ ਦਿਖਾਵੋ, ਤੇ ਉਹਨਾਂ ਦੇ ਵੀ ਜਿਹੜੇ ਹੋਰ ਦੇਸ਼ ਹਨ, ਉਹਨਾਂ ਦੇ ਵੀ ਸਤਿਗੁਰੂ ਜੀ ਚਿੱਤ ਕਰਦਾ ਹੈ ਵੀ ਆਪਾਂ ਉੱਥੇ ਵੀ ਜਾਈਏ। ਜਿਵੇਂ ਇਹਦਾ ਅਸ਼ਚਵਰਜ ਸੁਖ ਸੀ, ਚਿੱਤ ਕਰਦਾ ਹੈ ਕਿ ਆਪਾਂ ਉੱਥੇ ਵੀ ਚੱਲੀਏ। ਸੁਨ ਕਰ ਬੋਲੇ ਦੀਨ ਦਿਆਲਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੇ ਬੋਲ ਸੁਣ ਕੇ ਭਾਈ ਮਰਦਾਨਾ ਜੀ ਦੇ ਕਹਿਣ ਲੱਗੇ, ਪ੍ਰਥਮ ਹੋਤੋ ਚਖ ਕੋਲ ਬਿਸਾਲਾ। ਕਹਿੰਦੇ ਮਹਾਰਾਜ ਕਹਿਣ ਲੱਗੇ, ਪਹਿਲਾਂ ਜੋ ਕਵਲ ਨੈਣ ਸੀ ਇਹ ਵੱਡਾ ਰਾਜਾ, ਸੁਦਰ ਸੈਨ ਅਬ ਸਭ ਸਿਰ ਮੋਰਾ। ਹੁਣ ਸੁਦਰ ਸੈਨ ਨੂੰ ਇਹਨਾਂ ਵਿੱਚੋਂ ਸ਼੍ਰੋਮਣੀ ਵੱਡਾ ਬਣਾਇਆ ਹੈ। ਥਾਪ ਦੀਨ ਹਮਨੇ ਏ ਠੌਰਾ, ਇਸ ਥਾਂ ਤੇ ਅਸਾਂ ਉਹਨੂੰ ਇਸ ਥਾਂ ਤੇ ਥਾਪ ਦਿੱਤਾ ਹੈ, ਉਹਨੂੰ ਵੱਡਾ ਸ਼੍ਰੋਮਣੀ ਬਣਾ ਦਿੱਤਾ ਹੈ। ਸੁਨੋ 18 ਨਾਮ ਉਜਾਗਰ, ਜਿਹੜੇ ਪ੍ਰਸਿੱਧ ਨੇ 18 ਤੁਸੀਂ ਉਹਨਾਂ ਦੇ ਨਾਮ ਸੁਣ ਲਵੋ। ਸੁਦਰ ਸੈਨ ਅਟਕਾ ਸੁਖ ਸਾਗਰ, ਇਹਨਾਂ ਵਿੱਚੋਂ ਪਹਿਲਾ ਸੁਦਰ ਸੈਨ, ਦੂਸਰਾ ਅਟਕਾ, ਤੀਸਰਾ ਸੁਖ ਸਾਗਰ, ਜਿਹੜੇ ਵੱਖ-ਵੱਖ ਥਾਵਾਂ ਤੇ ਟਾਪੂਆਂ ਤੇ ਉਸ ਵਕਤ ਜਿਹੜੇ ਰਾਜਨ ਰਾਜ ਕਰਦੇ ਸਨ। ਜਿੱਥੋਂ ਜਿੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਨੇੜੇ ਗਏ, ਜਾਂ ਜਿਨ੍ਹਾਂ ਬਾਬਤ ਪਤਾ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਈ ਨੂੰ ਗਿਆਨ ਵੰਡਿਆ, ਭੁੱਲਿਆਂ ਨੂੰ ਸਤਿਗੁਰੂ ਮਹਾਰਾਜ ਜੀਆਂ ਨੇ ਸਿੱਧੇ ਰਸਤੇ ਵੱਲ ਪ੍ਰੇਰਿਤ ਕੀਤਾ। ਭਾਈ ਮਰਦਾਨਾ ਸਾਹਿਬ ਜੀ ਉਹਨਾਂ ਵਿੱਚੋਂ ਕੁਝ ਇੱਕ ਦੇ ਨਾਂ ਪੁੱਛਦੇ ਹਨ। ਮਹਾਰਾਜ ਕਹਿੰਦੇ, ਭਾਈ ਇਹਨਾਂ ਵਿੱਚੋਂ ਜੋ ਹੈ ਸੁਦਰ ਸੈਨ ਅਟਕਾ ਹੈ, ਤੀਸਰਾ ਸੁਖ ਸਾਗਰ, ਮధుਰ ਬੈਨ ਪੁਨ ਸਾਗਰ ਸੈਨਾ। ਫਿਰ ਮధుਰ ਬੈਨ ਤਥਾ ਸਾਗਰ ਸੈਨਾ ਜਿਨ੍ਹਾਂ ਦੇ ਨਾਮ ਹਨ। ਨੈਣ ਜੋਤ ਜਾਨੋ ਸੁਖ ਚੈਨਾ, ਇਹਨਾਂ ਵਿੱਚੋਂ ਸੁਖ ਚੈਨ ਤਥਾ ਨੈਣ ਜੋਤ। ਮਗਨ ਰਾਏ ਅਸਰਾ ਪਨਾਹ ਪੁਨ, ਔਰ ਇਹਨਾਂ ਵਿੱਚੋਂ ਪਨਾਹ, ਅਸਰਾ
ਤੇ ਨਾਲ ਮਗਨ ਰਾਏ। ਇਹ ਵੀ ਵੱਖ-ਵੱਖ ਥਾਵਾਂ ਤੇ ਬੜੇ ਪ੍ਰਤਾਪੀ ਜਿਹੜੇ ਰਾਜੇ ਨੇ, ਉਹ ਜਿਹੜੇ ਵੱਖ-ਵੱਖ ਥਾਵਾਂ ਤੇ ਹੋਰ ਟਾਪੂਆਂ ਤੇ ਆਪੋ ਆਪਣੇ ਖਿੱਤਿਆਂ ਵਿੱਚ ਜਿਨ੍ਹਾਂ ਦਾ ਰਾਜ ਸੀ। ਸੁਧ ਬਬੇਕੂ ਤੁਰਤ ਰੰਗ ਸੁਨ। ਤੁਰਤ ਰੰਗ ਬਬੇਕੂ ਤੇ ਸੁਧ, ਇਹ ਵੀ ਵੱਖ-ਵੱਖ ਥਾਵਾਂ ਤੇ ਰਾਜ ਕਰਦੇ ਹਨ। ਬਾਲ ਸਿੰਘ ਸੰਭਾਲਕ ਬਹੁ ਦੁਖ। ਜਿਹੜਾ ਬਾਲ ਸਿੰਘ ਵੱਡਾ ਸੁਖੀ ਦਾਤਾ ਸੀ। ਲਾਲ ਐਨ ਪੁਨ ਰਾਏ ਐਨ ਲਖ। ਔਰ ਇਹਨਾਂ ਵਿੱਚੋਂ ਲਾਲ ਐਨ, ਰਾਏ ਐਨ, ਇਹ ਜਿਹੜੇ ਰਾਜੇ ਹਨ। ਕੌਲ ਨੈਣ ਤੇ ਆਦਿ 18। ਤੇ ਇਹਨਾਂ ਵਿੱਚੋਂ ਕੌਲ ਨੈਣ ਤੇ ਹੋਰ ਜਿਹੜੇ ਵੱਖ-ਵੱਖ ਆਦ ਜਿਹੜੇ ਹੋਰ ਵੀ 18 ਹਨ। ਕਰਤ ਰਾਜ ਸਭ ਸਿੰਧ ਮਝਾਰਾ। ਉਹ ਇਹਨਾਂ ਟਾਪੂਆਂ ਤੇ ਜਿਹੜੇ ਰਾਜ ਰਾਜਨ ਕਰਦੇ ਹਨ। ਬੂਜਨ ਕੀਨ ਬਹੁਰ ਮਰਦਾਨੇ। ਭਾਈ ਮਰਦਾਨਾ ਜੀ ਫੇਰ ਪੁੱਛਦੇ ਹਨ ਪਾਤਸ਼ਾਹ ਜੀ ਨੂੰ ਇਹਨਾਂ ਦੇ ਨਾਮ ਸੁਣ ਕੇ। ਤੁਮ ਤੋ ਮਿਲੇ ਥੋਰ ਨ੍ਰਿਪਥਾਨੇ। ਪਾਤਸ਼ਾਹ ਜੀ ਆਪਾਂ ਤਾਂ ਇਹਨਾਂ ਰਾਜਿਆਂ ਵਿੱਚੋਂ ਥੋੜਿਆਂ ਨੂੰ ਹੀ ਮਿਲੇ ਆ। ਸਾਰੇ ਜਿਨ੍ਹਾਂ ਦੇ ਨਾਮ ਪਿੱਛੇ ਆਏ ਹਨ, ਆਪਾਂ ਇਹਨਾਂ ਨਾਲ ਤਾਂ ਸਾਰਿਆਂ ਨਾਲ ਭੇਟ ਮੁਲਾਕਾਤ ਤਾਂ ਨਹੀਂ ਹੋਈ। ਅਪਰ ਨਰੇਸ਼ ਜਿ ਸਾਗਰ ਮਾਈ। ਪਾਤਸ਼ਾਹ ਜਿਹੜੇ ਹੋਰ ਵੀ ਰਾਜੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਹਨ, ਤਿਨੋ ਬਿਲੋ ਕੋ ਕਹਿ ਦੋ ਨਾਈ। ਪਾਤਸ਼ਾਹ ਉਹਨਾਂ ਨੂੰ ਮਿਲਾਂਗੇ ਕਿ ਨਹੀਂ, ਆਪਾਂ ਉਹਨਾਂ ਕੋਲ ਵੀ ਜਾਵਾਂਗੇ ਕਿ ਨਹੀਂ, ਉਹਨਾਂ ਪਾਸ ਵੀ। ਜੇ ਹੁਣ ਮੰਨ ਲਓ ਇੱਕ ਦੇਸ਼ ਵੇਖਿਆ ਬੜਾ ਸੋਹਣਾ ਇਹ ਦੇਸ਼ ਲੱਗਾ, ਚਿੱਤ ਕਰਦਾ ਵੀ ਹੋਰਨਾਂ ਦੇ ਵੀ ਜਾ ਕੇ ਸੁਖ ਵੇਖ ਲਈਏ ਵੀ ਹੋਰ ਵੀ ਰਾਜੇ ਕਿਵੇਂ ਉਹਨਾਂ ਦਾ ਕੰਮਕਾਰ ਕਿਵੇਂ ਕੀ ਹੈ। ਪਾਤਸ਼ਾਹ ਆਪਾਂ ਉਹਨਾਂ ਪਾਸ ਵੀ ਜਾਵਾਂਗੇ ਕਿ ਨਹੀਂ। ਜੈ ਜੈ ਜਾਵਨ ਰਾਵਰ ਕੀਨੇ। ਪਾਤਸ਼ਾਹ ਜਿਹੜੀ ਜਿਹੜੀ ਥਾਂ ਤੇ ਤੁਸੀਂ ਪਹੁੰਚੇ ਹੋ, ਤੈ ਤੈ ਸਭ ਇਨ ਗੁਰਮਤ ਦੀਨੇ। ਉਹਨਾਂ ਨੂੰ ਆਪ ਜੀਆਂ ਨੇ ਚੰਗੀ ਮਤ, ਗੁਰੂ ਦੀ ਮਤ ਆਪ ਜੀਆਂ ਨੇ ਸੌਂਪੀ, ਬਖਸ਼ਿਸ਼ ਕੀਤੀ ਹੈ। ਗੁਰੂ ਕਹੇ ਅਬ ਹਮ ਨਾ ਪਧਾਰੇ। ਪਾਤਸ਼ਾਹ ਕਹਿੰਦੇ ਭਾਈ ਹੁਣ ਨਹੀਂ ਅਸੀਂ ਇਹਨਾਂ ਪਾਸ ਜਾਣਾ, ਹੁਣ ਇਹਨਾਂ ਕੋਲ ਅਸੀਂ ਨਹੀਂ ਜਾਣਾ। ਸਹਿਜੇ ਪ੍ਰਗਟੇ ਸਿੱਖੀ ਸਾਰੇ। ਇੱਕ ਥਾਂ ਤੇ ਚਿੰਗ ਲਾ ਦਿੱਤੀ ਹੈ, ਹੌਲੀ ਹੌਲੀ ਇਹ ਚਿੰਗ ਆਪਣੇ ਆਪ ਹੀ ਹੋਰ ਵੀ ਪਾਸੇ ਇਹ ਫੈਲ ਜਾਵੇਗੀ। ਜਿਤੀ ਥਾਏ ਅਮ ਭਗਤ ਵਿਥਾਰੀ। ਜਿਨ੍ਹਾਂ ਥਾਵਾਂ ਤੇ ਹੋਰ ਵੀ ਜਿਹੜੇ ਭਗਤੀ ਵਿਥਾਰ ਕੀਤੀ, ਪ੍ਰਸਾਰ ਕੀਤਾ ਹੈ, ਤੈ ਤੇ ਅਪਰ ਲਹੇ ਉਰ ਤਾਰੀ। ਉਹਨਾਂ ਤੋਂ ਉਹ ਸੇਧ ਲੈ ਲੈਣਗੇ। ਉਹਨਾਂ ਕੋਲੋਂ ਸ੍ਰੇਸ਼ਟ ਮਤ ਜਿਹੜੇ ਵੱਖ-ਵੱਖ ਰਾਜੇ ਨੇ, ਉਹ ਉਹਨਾਂ ਕੋਲੋਂ ਸ੍ਰੇਸ਼ਟ ਮਤ, ਸਿੱਖੀ ਮਤ, ਇਹ ਭਗਤੀ ਦਾ ਗਿਆਨ, ਗੁਰੂ ਦੀ ਮਤ ਉਹਨਾਂ ਕੋਲੋਂ ਗ੍ਰਹਿਣ ਕਰਨਗੇ। ਚੱਲ ਅਬ ਤੁਝੇ ਸੁਮੇਰ ਦਿਖਾਵੇਂ। ਚੱਲ ਭਾਈ ਮਰਦਾਨਾ ਜੀਆਂ ਨੂੰ ਮਹਾਰਾਜ ਕਹਿੰਦੇ ਚਲੋ ਮਰਦਾਨਾ ਜੀ, ਆਪਣੇ ਕੋਲ ਹੋਰ ਵੀ ਵੱਡੇ ਕਾਰਜ ਹਨ ਕਰਨ ਨੂੰ, ਅਜੇ ਹੋਰ ਵੀ ਜਿਹੜੇ ਪੈਂਡੇ ਹਨ, ਏਦੂ ਵੀ ਵਿਖਮ ਪੈਂਡੇ ਹਨ। ਪਾਤਸ਼ਾਹ ਲੱਗੇ ਕਹਿਣ ਚਲੋ ਤੁਹਾਨੂੰ ਸੁਮੇਰ ਪਰਬਤ ਤੇ ਲੈ ਕੇ ਜਾਵਾਂ। ਸਰਬ ਸਿੱਧ ਜੈ ਜੋਗ ਕਮਾਵੇ। ਜਿਹੜੀ ਥਾਂ ਤੇ ਵੱਡੇ ਵੱਡੇ ਜੋਗੀ ਜੋਗ ਪਏ ਸਿੱਧ, ਵੱਡੇ ਵੱਡੇ ਜੋਗ ਪਏ ਕਮਾਉਂਦੇ ਹਨ, ਜਿਨ੍ਹਾਂ ਨੂੰ ਕਈ ਕਈ ਵਰਸ, ਜਿਨ੍ਹਾਂ ਦੀਆਂ ਸਮਾਧੀਆਂ ਹਨ, ਜਿਨ੍ਹਾਂ ਦੀਆਂ ਆਰਬਲਾਵਾਂ ਬਹੁਤ ਬਹੁਤ ਵੱਡੀਆਂ ਆਰਬਲਾਂ ਲਈ ਬੈਠੇ ਹਨ, ਉਮਰਾਂ ਬਹੁਤ ਬਹੁਤ ਵੱਡੀਆਂ ਉਹਨਾਂ ਨੇ ਕਰ ਲਈਆਂ, ਪਰ ਮੁਕਤੀ ਦੇ ਦੁਆਰੇ ਤੇ ਉਹ ਨਹੀਂ ਪਹੁੰਚ ਸਕੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ ਵੱਡੀ ਆਰਜਾ, ਫਿਰ ਮੈਂ ਹਰ ਸਿਉ ਸੰਗ ਨਾ ਗਿਆ। ਆਓ ਭਾਈ ਮਰਦਾਨਾ ਜੀ ਤੁਹਾਨੂੰ ਸੁਮੇਰ ਪਰਬਤ ਤੇ ਲੈ ਕੇ ਚੱਲੀਏ। ਔਰ ਪੁਰਖ ਬੋ ਰਹੇ ਮਹਾਨਾ। ਉੱਥੇ ਹੋਰ ਵੀ ਜਿਹੜੇ ਮਹਾਨ ਨੇ ਪੁਰਖ, ਉਹਨਾਂ ਥਾਵਾਂ ਤੇ ਜਿਹੜੇ ਜੋਗੀ ਪਏ ਵਸਦੇ ਹਨ। ਜਿਨ ਪ੍ਰਭ ਭਗਤ ਕਰੀ ਸੁਖ ਖਾਨਾ। ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਕੀਤੀ ਹੈ। ਸੁਣ ਸੁਮੇਰ ਜਾਵਨ ਨਿਜ ਕਾਨਾ। ਜਦੋਂ ਭਾਈ ਮਰਦਾਨਾ ਸਾਹਿਬ ਜੀਆਂ ਨੇ ਕੰਨਾਂ ਨਾਲ ਸੁਣਿਆ, ਪਾਤਸ਼ਾਹ ਜੀ ਹੁਣ ਸੁਮੇਰ ਪਰਬਤ ਦਾ ਤਿਆਰਾ ਖਿੱਚੀ ਬੈਠੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਇੱਥੋਂ ਕਹਿੰਦੇ ਨੇ ਵੀ ਹੁਣ ਆਪਾਂ ਆਸਾਮ ਦੀ ਧਰਤੀ ਤੇ ਸਨ ਇਸ ਵਕਤ। ਮਹਾਰਾਜ ਜੀ ਤਾਂ ਹੁਣ ਕਹਿੰਦੇ ਨੇ ਵੀ ਸੁਮੇਰ ਪਰਬਤ ਜਾਵਾਂਗੇ। ਹੱਥ ਬੰਦ ਬੋਲਿਓ ਮਰਦਾਨਾ। ਹੱਥ ਜੋੜ ਕੇ ਭਾਈ ਮਰਦਾਨਾ ਸਾਹਿਬ ਜੀ ਬਚਨ ਕਰਦੇ ਹਨ। ਮੱਕਾ ਬਹੁਰ ਮਦੀਨਾ ਦੋਨੋਂ। ਪਾਤਸ਼ਾਹ ਜੀ ਸੁਣਿਆ ਹੈ ਮੱਕੇ ਮਦੀਨੇ ਬਾਬਤ, ਇਹਨਾਂ ਸਥਾਨਾਂ ਬਾਬਤ ਸੁਣਿਆ ਹੈ। ਕੀਤੀ ਬੇਰ ਸੁਨੇ ਮੈਂ ਸ਼ਰੋਨੋ। ਮੈਂ ਆਪਣੇ ਨਗਰ ਦੇ ਅੰਦਰ ਆਪਣੇ ਪੁਰਖਿਆਂ ਦੇ ਕੋਲੋਂ
ਇਸਲਾਮ ਮਤ ਵਾਲੇ ਇਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਹਰ ਇੱਕ ਜੋ ਮੁਸਲਮਾਨ ਇਸਲਾਮ ਮਤ ਨਾਲ ਸੰਬੰਧ ਰੱਖਣ ਵਾਲਾ ਵੀਰ ਲੋਚਾ ਰੱਖਦਾ ਹੈ ਕਿ ਮੈਂ ਉਹਨਾਂ ਥਾਵਾਂ ਦੇ ਦੀਦਾਰ ਪਾਵਾਂ। ਤੇ ਜਿਹੜੇ ਸਾਧ ਸੰਗਤ ਜੀਓ ਇਹਨਾਂ ਥਾਵਾਂ ਤੇ ਆਪਣੇ ਜੀਵਨ ਦੇ ਅੰਦਰ ਹੱਜ ਕਰਕੇ ਆਉਂਦੇ ਨੇ, ਉਹ ਆਪਣੇ ਨਾਮ ਦੇ ਨਾਲ ਤਖੱਲਸ ਵੀ ਜੋੜ ਲੈਂਦੇ ਨੇ, ਹਾਜੀ ਫਲਾਣਾ ਮੁਹੰਮਦ ਹਾਜੀ, ਜਿਹਨੇ ਵੀ ਹੱਜ ਕੀਤਾ ਹੈ 40 ਦਿਨ ਦਾ ਆਪਣਾ ਜਿਹੜਾ ਸਮਾਂ, ਹਰ ਸਾਲ ਵੱਖ-ਵੱਖ ਥਾਵਾਂ ਤੋਂ ਹਾਜੀ ਲੋਕ ਜਾਂਦੇ ਹਨ। ਭਾਈ ਮਰਦਾਨਾ ਸਾਹਿਬ ਜੀ ਬੇਨਤੀ ਕਰਦੇ ਹਨ, ਪਾਤਸ਼ਾਹ ਮੱਕਾ ਮਦੀਨਾ ਸੁਣਿਆ ਹੈ, ਪੁਰਖਿਆਂ ਦੇ ਕੋਲੋਂ ਸੁਣਿਆ ਹੈ, ਨਗਰ ਵਿੱਚ ਸੁਣਿਆ ਹੈ ਵੀ ਇਹ ਥਾਵਾਂ ਬਹੁਤ ਸੁੰਦਰ ਹਨ। ਤੁਰਕ ਤਾਰੀਫ ਕਰਤ ਜੈ ਪੂਰੀ, ਬੜੀ ਕਮਾਲ ਦੀ ਉਹਦੀ ਜਿਹੜੀ ਸਿਫਤ ਤੁਰਕ ਆਪਣਾ ਮੁਸਲਮਾਨ ਵੀਰ ਕਰਦੇ ਹਨ। ਤਾਂ ਕੀ ਬਨਤ ਬਤਾਵਤ ਰੂਰੀ, ਉਥੋਂ ਦੀ ਬਣਤਰ ਵੀ ਬੜੀ ਸੁੰਦਰ ਦੱਸਦੇ ਹਨ, ਬੜੀ ਸੁੰਦਰ ਜਿੱਥੋਂ ਦੀ ਬਣਤਰ ਬਣੀ ਹੈ। ਰਿਓ ਸੁਹਮ ਤੇ ਕੈ ਦਿਸ਼ ਮਾਈ, ਪਾਤਸ਼ਾਹ ਦੱਸੋ ਖਾ ਕਿਹੜੇ ਪਾਸੇ ਹੈ ਮੱਕਾ ਮਦੀਨਾ? ਪਾਤਸ਼ਾਹ ਚਿੱਤ ਹੈ ਵੀ ਤੁਸੀਂ ਉਸੇ ਪਾਸੇ ਨੂੰ ਲਈ ਜਾਵੋ। ਹਿਰਦੇ ਵਿਸ਼ੇਖ ਬਿਲੋਕਨ ਚਾਹੀ, ਹਿਰਦੇ ਅੰਦਰ ਬਸ ਚਾਹਨਾ ਹੈ ਪਾਤਸ਼ਾਹ ਜੀ, ਇਹੋ ਮੇਰੀ ਇੱਛਾ ਹੈ। ਸਰਬ ਪਾਤ ਸਮਰੱਥ ਸੁਜਾਨਾ, ਪਾਤਸ਼ਾਹ ਤੁਸੀਂ ਤਾਂ ਸਮਰੱਥ ਹੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਸਮਰੱਥ ਹੋ। ਪੂਰਨ ਇੱਛਾ ਕਰੋ ਮਹਾਨਾ, ਮੇਰੀ ਜਿਹੜੀ ਇਹ ਇੱਛਾ ਹੈ, ਮੇਰੀ ਚਾਹਨਾ ਕਿਰਪਾ ਕਰਕੇ ਤੁਸੀਂ ਪੂਰੀ ਕਰੋ। ਸ਼੍ਰੀ ਪ੍ਰਭ ਜੀ ਜੈ ਠਾਂ ਤੁਮ ਚਾਹੋ, ਪਾਤਸ਼ਾਹ ਜਿਹੜੀ ਥਾਂ ਤੁਸੀਂ ਚਾਹੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਜਿਹੜੀ ਥਾਂ ਵੀ ਤੁਸੀਂ ਤੁਹਾਡੇ ਚਿੱਤ ਵਿੱਚ ਆਵੇ, ਬਿਨਾ ਬਿਲਮ ਛਿਨ ਮੈਂ ਤੈ ਜਾਹੋ, ਬਿਨਾ ਦੇਰੀ ਤੋਂ ਆਪ ਜੀ ਉਸ ਥਾਂ ਤੇ, ਬਿਲਮ ਦੇਰੀ ਕਰਨ ਤੋਂ ਬਿਨਾ ਆਪ ਜੀ ਉਸ ਥਾਂ ਤੇ ਪਹੁੰਚ ਜਾਂਦੇ ਹੋ। ਸੁਨ ਕਰ ਬੋਲੇ ਸ਼੍ਰੀ ਗੁਰਪੂਰੇ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਹਮ ਤੇਰਿਓ ਅਧਿਕ ਸੋ ਦੂਰੇ, ਮਰਦਾਨਿਆ ਮੱਕਾ ਮਦੀਨਾ ਤਾਂ ਬਹੁਤ ਦੂਰ ਹੈ ਇੱਥੋਂ। ਜੇ ਹੁਣ ਇੱਥੋਂ ਆਪਾਂ ਕਹੀਏ ਵੀ ਆਪਾਂ ਇੱਥੋਂ ਚੱਲਣਾ ਹੈ ਤਾਂ ਬਹੁਤ ਦੂਰ ਹੈ। ਕਿਤੇ ਬਰਖ ਮਾਰਗ ਕੇ ਮਾਹੀ, ਜੇ ਸਿੱਧੇ ਆਪਾਂ ਥਲ ਵਾਲੇ ਪਾਸਿਓ ਜਾਵਾਂਗੇ, ਇਸ ਪਾਸਿਓ ਤਾਂ ਬਹੁਤ ਸਮਾਂ ਲੱਗ ਜਾਏਗਾ। ਚਲਤ ਬਤੀਤੇ ਪਹੁੰਚੇ ਤਾਈ, ਕਈ ਸਾਲ ਮਹਾਰਾਜ ਜੀਆਂ ਨੇ ਉੱਥੇ ਵਚਨ ਗਏ, ਕਿਤੇ ਬਰਖ ਕਈ ਸਾਲ, ਅਸਲ ਵਿੱਚ ਕਈ ਵਰੇ ਉਸ ਪਾਸੇ ਤੋਂ ਲੱਗ ਜਾਣੇ ਸਨ। ਜੇ ਆਪਾਂ ਉਸ ਥਾਂ ਤੋਂ ਚੱਲ ਕਰਕੇ ਸਿੱਧਾ ਮੱਕੇ ਮਦੀਨੇ ਨੂੰ ਇੱਥੋਂ ਆਪਾਂ ਜਾਵਾਂਗੇ, ਤੁਰਦਿਆਂ ਤੁਰਦਿਆਂ ਬਹੁਤ ਦੇਰੀ ਲੱਗ ਜਾਏਗੀ। ਸੁਨ ਕਰ ਮਰਦਾਨੇ ਕਰ ਬੰਦੇ, ਭਾਈ ਮਰਦਾਨਾ ਸਾਹਿਬ ਜੀਆਂ ਨੇ ਫਿਰ ਵਚਨ ਸੁਣ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਿਓ ਏ ਪ੍ਰਭੂ ਮੁਕੰਦੇ, ਫਿਰ ਹੱਥ ਜੋੜ ਕੇ ਲੱਗੇ ਕਹਿਣ, ਹੇ ਪ੍ਰਭੂ ਜੀ ਕਿਤੇ ਬਰਖ ਕੋ ਗੈਲ ਬਤਾਵੋ, ਪਾਤਸ਼ਾਹ ਜੀ ਕਿੰਨੇ ਕੁ ਵਰਸ ਦਾ ਜਾਂ ਕਿਤਨਾ ਸਮਾਂ ਲੱਗੂਗਾ? ਤੈ ਤੁਮ ਨਿਮਕ ਵਿਖੇ ਚੱਲ ਜਾਵੋ, ਭਾਵੇਂ ਉਹ ਕਈ ਵਰਿਆਂ ਦਾ ਵੀ ਸਮਾਂ ਹੋਵੇ ਪਾਤਸ਼ਾਹ, ਜੇ ਤੁਹਾਡੇ ਹੁਕਮ ਹੋਵੇ ਤਾਂ ਤੁਸੀਂ ਖਿੜ ਸਮੇਂ ਨਿਮਕ ਸਮੇਂ ਅੰਦਰ ਪਿਓ ਦੂਰੀ ਪੰਧ ਮੁਕਾ ਦਵੋ। ਪ੍ਰਭ ਜੀ ਕੀਜੇ ਨਹੀਂ ਵਲਾਉ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਸਾਹਿਬ ਜੀ ਦਾ ਪਿਆਰ। ਮਹਾਰਾਜ ਜੀਆਂ ਨੇ ਟਾਲਾ ਕੀਤਾ, ਭਾਈ ਮਰਦਾਨਾ ਸਾਹਿਬ ਫੇਰ ਲੱਗੇ ਕਹਿਣ, ਪਾਤਸ਼ਾਹ ਜੀ ਟਾਲਾ ਨਾ ਕਰੋ, ਪਾਵੋਂ ਦਾਨ ਢੀਠ ਹੋਏ ਮੰਗੋ। ਪਾਤਸ਼ਾਹ ਦੇ ਕੋਲੋਂ ਕਿਸ ਪ੍ਰਕਾਰ ਬੇਨਤੀ ਕਿਵੇਂ ਕਰਨੀ ਹੈ ਭਾਈ ਮਰਦਾਨਾ ਸਾਹਿਬ ਵੀ ਦੱਸਦੇ, ਮੰਗਣਾ ਕਿਸ ਤਰ੍ਹਾਂ। ਪਾਤਸ਼ਾਹ ਲੱਗੇ ਕਹਿਣ, ਮਰਦਾਨਿਆ ਸਮਾਂ ਲੱਗ ਜਾਏਗਾ ਉਸ ਪਾਸੇ ਨੂੰ ਜਾਂਦਿਆਂ। ਇੱਥੇ ਵਚਨ ਕਰਦੇ ਹਨ, ਪ੍ਰਭ ਜੀ ਕੀਜੈ ਨਹੀਂ ਵਲਾਉ, ਪਾਤਸ਼ਾਹ ਟਾਲਾ ਨਾ ਕਰੋ, ਹੁਣ ਮੇਰੀ ਬੇਨਤੀ ਨੂੰ ਸਵੀਕਾਰ ਕਰੋ, ਤੁਸੀਂ ਮੇਰੀ ਬੇਨਤੀ ਤੋਂ ਟਾਲ ਮਟੋਲਾ ਨਾ ਕਰੋ। ਮੇਰਾ ਚਿੱਤ ਹੈ ਵੀ ਮੈਂ ਉਸ ਥਾਂ ਤੇ ਜ਼ਰੂਰ ਜਾਵਾਂ, ਇੱਛਾ ਹੈ ਮੈਂ ਉਸ ਪਾਸੇ ਨੂੰ ਜ਼ਰੂਰ ਜਾਵਾਂ, ਕਿਉਂਕਿ ਭਾਈ ਮਰਦਾਨਾ ਸਾਹਿਬ ਜੀ ਕਿਉਂਕਿ ਸਲਾਮਤ ਦੇ ਵਿੱਚੋਂ ਨੇ, ਪਾਤਸ਼ਾਹ ਜੀਆਂ ਦੇ ਨਾਲ ਸੇਵਾ ਕਰਦੇ ਨੇ ਰਬਾਬ ਦੀ, ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ। ਕਹਿੰਦੇ ਮੇਰਾ ਚਿੱਤ ਹੈ ਤੁਸੀਂ ਕਿਰਪਾ ਕਰੋ, ਬਸ ਟਾਲਾ ਨਾ ਕਰੋ, ਮੈਨੂੰ ਤੁਸੀਂ ਉਧਰ ਨੂੰ ਲੈ ਕੇ ਜਾਵੋ। ਤੈਂ ਦੇਖਣ ਕੋ ਬਹੁ ਮਮ ਚਾਉ, ਪਾਤਸ਼ਾਹ ਬੜਾ ਮੇਰਾ ਚਿੱਤ ਹੈ, ਮੇਰਾ ਚਿੱਤ ਕਰਦਾ ਉਸ ਪਾਸੇ ਮੈਂ ਜ਼ਰੂਰ ਤੁਰਾਂ।
ਜਿਉ ਤਿਉ ਕਰਕੇ ਆਪ ਦਿਖਾਇਓ। ਜਿਵੇਂ ਕਿਵੇਂ ਕਰਕੇ ਤੁਸੀਂ ਮੈਨੂੰ ਉਸ ਥਾਂ ਦੇ ਜ਼ਰੂਰ ਦੀਦਾਰ ਕਰਵਾਵੋ। ਮੁਝ ਅਭਿਲਾਖਾ ਪੂਰ ਕਰਾਇਓ। ਮੇਰੀ ਜਿਹੜੀ ਅਭਿਲਾਸ਼ਾ ਹੈ ਪਾਤਸ਼ਾਹ ਇਹ ਜ਼ਰੂਰ ਪੂਰੀ ਕਰੋ। ਅਸ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਭਾਈ ਮਰਦਾਨਾ ਸਾਹਿਬ ਜੀਆਂ ਦੇ ਬੋਲ ਸੁਣੇ। ਹੋਏ ਪ੍ਰਸੰਨ ਬੋਲੀ ਗੁਣ ਐਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਭਾਈ ਮਰਦਾਨਾ ਸਾਹਿਬ ਜੀਆਂ ਦੇ ਬੋਲ ਸੁਣ ਕੇ ਬਚਨ ਕਰਦੇ ਹਨ। ਕਹਿਓ ਨਾ ਮੇਟੈ ਤੋ ਮਰਦਾਨੇ। ਮਰਦਾਨਿਆ ਤੇਰਾ ਕਿਆ ਕਿਵੇਂ ਮੋੜ ਸਕਨੇ ਹਾਂ। ਮਰਦਾਨਿਆ ਤੇਰਾ ਕਿਆ ਹੋਇਆ ਅਸੀਂ ਨਹੀਂ ਮੋੜ ਸਕਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਭਾਈ ਮਰਦਾਨਾ ਸਾਹਿਬ ਜੀਆਂ ਨੂੰ ਭਾਈ ਕਹਿ ਕੇ ਸੰਬੋਧਨ ਕਰਦੇ। ਮੇਰਾ ਭਰਾ ਹੈ, ਉਮਰ ਵਿੱਚ ਵੱਡੇ ਵੀ। ਭਾਈ ਮਰਦਾਨਾ ਜੀਆਂ ਨੂੰ ਲੱਗੇ ਕਹਿਣ ਤੇਰਾ ਕਿਆ ਹੋਇਆ ਮਰਦਾਨਿਆ ਅਸੀਂ ਕਿਵੇਂ ਮੋੜ ਸਕਦੇ ਹਾਂ। ਚਲੋ ਦਿਖਾਵੇਂ ਚਾਹੇ ਜੇ ਥਾਨੇ। ਇਹ ਇੱਛਾ ਹੈ ਚਲੋ ਫਿਰ। ਤੁਸੀਂ ਕਹਿ ਦਿੱਤਾ ਮਹਾਰਾਜ ਕਹਿੰਦੇ ਚਲੋ ਆਪਾਂ ਉਸੇ ਪਾਸੇ ਨੂੰ ਚੱਲੀਏ। ਕਹਿ ਕਰ ਮੱਕੇ ਦਿਸ਼ ਪ੍ਰਸਥਾਨੇ। ਫਿਰ ਉੱਥੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਕੇ ਦਿਸ਼ ਵੱਲ ਨੂੰ ਦਿਸ਼ਾ ਵੱਲ ਨੂੰ ਚੱਲਦੇ ਹਨ। ਜਿਨ ਕੇ ਦਰਸੇ ਤੇ ਭ੍ਰਮਹਾਨੇ। ਜਿਨ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦੀਦਾਰ ਕੀਤਿਆਂ ਸਾਰੇ ਭਰਮ ਡਰ ਤੌਖਲੇ ਦੂਰ ਹੁੰਦੇ ਹਨ। ਪੱਖਰ ਸੱਖਰ ਹੈ ਜੈ ਜਾਗਾ। ਜਿਹੜੀ ਥਾਂ ਤੇ ਨਗਰ ਪੱਖਰ ਸੱਖਰ ਜਿਹੜੀ ਜਗ੍ਹਾ ਹੈ ਸਾਧ ਸੰਗਤ ਜੀਓ ਜਿਹੜੀਆਂ ਇਹ ਜਗ੍ਹਾ ਹਨ ਇਹ ਹਨ ਹੁਣ ਪਾਕਿਸਤਾਨ ਦੇ ਅੰਦਰ ਪੱਖਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਂ ਤੋਂ ਪਹਿਲਾਂ ਉਸ ਥਾਂ ਤੇ ਸ਼ਾਮ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਪੰਜਾਬ ਤੋਂ ਹੁੰਦੇ ਮੰਨਿਆ ਗਿਆ ਭਾਈ ਵੀਰ ਸਿੰਘ ਜੀਆਂ ਨੇ ਹੇਠਾਂ ਵਿਸਥਾਰ ਨਾਲ ਜਦੋਂ ਫਿਰ ਨਾਲ ਵਿਆਖਿਆ ਕੀਤੀ ਉਹਨਾਂ ਅੰਕਿਤ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੋਂ ਫਿਰ ਪਾਕਿਸਤਾਨ ਦੇ ਅੰਦਰ ਸਿੰਧ ਪ੍ਰਾਂਤ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੱਖਰ ਜਗ੍ਹਾ ਪਰ ਪਹੁੰਚੇ ਹਨ। ਕਿਉਂਕਿ ਜਦੋਂ ਵੀ ਹਾਜੀ ਲੋਕ ਹੱਜ ਵਾਸਤੇ ਜਾਂਦੇ ਹਨ ਸਾਰੇ ਇੱਕ ਥਾਂ ਤੇ ਇਕੱਠੇ ਹੁੰਦੇ ਹਨ। ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਫਿਰ ਉੱਥੋਂ ਜਿਹੜੀ ਇਹ ਆਪਣੀ ਯਾਤਰਾ ਹਨ ਆਪਣੀ ਯਾਤਰਾ ਫਿਰ ਉਹ ਉੱਥੋਂ ਪ੍ਰਾਰੰਭ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਇਸ ਜਗ੍ਹਾ ਪਰ ਪਹੁੰਚੇ। ਆਏ ਤਹਾਂ ਨਿਮਖ ਨੈ ਲਾਗਾ। ਥੋੜੇ ਸਮੇਂ ਵਿੱਚ ਹੀ ਪਾਤਸ਼ਾਹ ਉੱਥੇ ਪਹੁੰਚ ਗਏ। ਨੀਲ ਬਸਤਰ ਲੈ ਪਹਿਰ ਸਰੀਰਾ। ਜਿਹੜੀ ਉਹਨਾਂ ਦੀ ਵਰਦੀ ਜਿਹੜੇ ਉਹਨਾਂ ਦਾ ਲਿਬਾਸ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਉਹ ਲਿਬਾਸ ਧਾਰਨ ਕੀਤਾ। ਲਿਬਾਸ ਜਿਹੜਾ ਹੁਣ ਇੱਕ ਖਿੱਚ ਪਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪ੍ਰਚਾਰ ਦਾ ਤਰੀਕਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪ੍ਰਚਾਰ ਕਰਨ ਦਾ ਢੰਗ ਇਹ ਸਤਿਗੁਰੂ ਮਹਾਰਾਜ ਜੀਆਂ ਦਾ ਨਵੇਕਲਾ ਰਿਹਾ ਹੈ। ਮਹਾਰਾਜ ਜੇ ਅੱਜ ਦੇ ਪ੍ਰਚਾਰਕਾਂ ਵਾਂਗ ਪ੍ਰਚਾਰ ਕਰਦੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੋ ਪੈਰ ਨਾਲ ਤੁਰ ਪਾਉਂਦੇ ਰਾਹ ਵਿੱਚ ਹੀ ਲੜ ਪੈਂਦੇ ਜਿਵੇਂ ਅੱਜ ਦਾ ਹੈ। ਪਰ ਜਦੋਂ ਵੇਖਦੇ ਹਾਂ ਦੋ ਵਿਦਵਾਨ ਬੈਠਦੇ ਹਨ ਵਿਚਾਰ ਕਰਨ ਵਾਸਤੇ ਵਿਚਾਰ ਤਾਂ ਫਿਰ ਕਿਸੇ ਥਾਂ ਤੇ ਰਹਿ ਗਈ ਹੋਰ ਤਾਂ ਫਿਰ ਤਕਰਾਰ ਲੜਾਈ ਦਾ ਰੂਪ ਹੀ ਧਾਰਨ ਕਰ ਲੈਂਦਾ ਹੈ। ਹੁਣ ਪਾਤਸ਼ਾਹ ਜੀਆਂ ਨੇ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਦਲੀਲ ਸਹਿਤ ਉੱਥੇ ਉਹਨਾਂ ਥਾਵਾਂ ਤੇ ਬਾਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਚੱਲਦੇ ਨੇ ਪਹਿਲੀ ਉਦਾਸੀ ਦੇ ਤੋਂ ਹਰਿਦੁਆਰ ਮਹਾਰਾਜ ਜੀ ਪਹੁੰਚੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਲੜੇ ਥੋੜਾ ਉੱਥੇ ਕਿਸੇ ਨਾਲ ਵੀ ਤੁਸੀਂ ਮੇਰੇ ਕਹੇ ਵਿੱਚ ਲੱਗੋ ਵੀ ਮੈਂ ਪਾਣੀ ਇਸ ਪਾਸੇ ਨੂੰ ਪਾਉਣਾ ਤੁਸੀਂ ਉਲਟ ਪਾਉਂਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਵੀ ਸਹੀ ਪਾਉਂਦੇ ਹੋ ਮੈਂ ਵੀ ਸਹੀ ਪਾਉਣਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਸੂਰਜ ਨੂੰ ਚੜਾਉਂਦੇ ਹੋ ਤੁਸੀਂ ਵੀ ਸਹੀ। ਮਹਾਰਾਜ ਜੀ ਉਹਨਾਂ ਲੋਕਾਂ ਪੁੱਛ ਲਿਆ ਬਾਬਾ ਤੁਸੀਂ ਕਿਹੜੇ ਪਾਸੇ। ਮਹਾਰਾਜ ਕਹਿੰਦੇ ਮੈਂ ਖੇਤਾਂ ਨੂੰ। ਤੁਹਾਡਾ ਕੰਮ ਹੋਰ ਮੇਰਾ ਕੰਮ ਹੋਰ। ਮਹਾਰਾਜ ਜੀ ਨੇ ਕਿਸੇ ਦੀ ਬਾਹ ਥੋੜਾ ਫੜੀ ਹੈ ਉੱਥੇ। ਪਹਿਲਾਂ ਮੇਰੀ ਗੱਲ ਮੰਨ ਫਿਰ ਤੇਰੇ ਨਾਲ ਕੁਝ ਬਾਤ ਹੋ ਸਕਦੀ। ਪਾਤਸ਼ਾਹ ਦਾ ਤਰੀਕਾ ਨਿਵੇਕਲਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਬਚਨ ਲਿਖੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵਾਪਸ ਫਿਰ ਕਰਤਾਰਪੁਰ ਮਹਾਰਾਜ ਜੀ ਆਏ ਜਿਹੜਾ ਲਿਬਾਸ ਮਹਾਰਾਜ ਜੀ ਨੇ ਪਹਿਲਾਂ ਕੀਤਾ ਸੀ ਸਾਰੇ ਲਿਬਾਸ ਉਤਾਰ ਕੇ ਜਿਹੜਾ ਸੰਸਾਰੀ ਆਮ ਸੰਸਾਰੀ ਲੋਕਾਂ ਦਾ ਲਿਬਾਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਪਹਿਨ ਲਿਆ। ਅੱਜ ਜਦੋਂ ਮੱਕੇ ਦੀ ਯਾਤਰਾ ਜਾਂ ਮੱਕੇ ਨੂੰ ਮਹਾਰਾਜ ਜੀ ਜਾਣ ਲੱਗੇ ਜਿਹੜਾ ਹਾਜੀ ਲੋਕਾਂ ਵਾਂਗ
ਇੱਕ ਵਿਸ਼ੇਸ਼ ਪੋਸ਼ਾਕ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧਾਰਨ ਕਰਦੇ ਹਨ। ਉਹ ਇਸ ਵਾਸਤੇ ਕਿ ਉਹਨਾਂ ਵਿੱਚੋਂ ਅੱਡਰਾ ਪ੍ਰਤੀਤ ਹੋਵੇ, ਅੱਡਰਾ ਪ੍ਰਤੀਤ ਹੋ ਕੇ ਲੋਕ ਉਹਨਾਂ ਨਾਲ ਗੱਲਬਾਤ ਕਰਨ, ਗੱਲਬਾਤ ਕਰਦਿਆਂ ਹੀ ਕੋਈ ਨਾ ਕੋਈ ਗੁਫ਼ਤਗੂ ਵਿਚਾਰ ਹੋਵੇ, ਵਿਚਾਰ ਕਰਦਿਆਂ ਉਹਨਾਂ ਨੂੰ ਸਿੱਧੇ ਮਾਰਗ ਵੱਲ ਤੋਰਿਆ ਜਾਵੇ। ਪਹਿਲਾਂ ਕਿਸੇ ਨਾਲ ਗੱਲਬਾਤ ਹੋਵੇਗੀ, ਕੋਈ ਆਣ ਕੇ ਕੋਲੋਂ ਕੋ ਦੋ ਬਚਨ ਪੁੱਛੇਗਾ ਤਾਂ ਹੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਿਹੜਾ ਤੁਰਨ ਫਿਰਨ ਦਾ ਆਪਣਾ ਪ੍ਰਚਾਰ ਦਾ ਮਕਸਦ ਪੂਰਾ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਇੱਥੇ ਨੀਲ ਬਸਤਰ ਲੈ ਪਹਿਰ ਸਰੀਰਾ, ਨੀਲੇ ਬਸਤਰ ਧਾਰਨ ਕੀਤੇ, ਆਂਖ ਕਿਤਾਬੇ ਗੁਨੀ ਗਹੀਰਾ। ਔਰ ਇੱਕ ਪਾਤਸ਼ਾਹ ਜੀਆਂ ਦੇ ਕੋਲ ਕਿਤਾਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੋਲ ਆਪਣੇ ਰੱਖ ਲਈ। ਮੰਨਿਆ ਗਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਜਿਹੜੀ ਸੀ ਇਹ ਪਾਵਨ ਪਵਿੱਤਰ ਸ਼ਬਦਾਂ ਦੀ ਪੋਥੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸ਼ਬਦ ਮੁਬਾਰਕ ਉਚਾਰਦੇ ਹਨ, ਆਸਾ ਹੱਥ ਕਿਤਾਬ ਕੱਛ ਕੂਜਾ ਵਾਂਗ ਮੁਸੱਲਾ। ਮਹਾਰਾਜ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਕੋਲੋਂ ਪਾਵਨ ਪਵਿੱਤਰ ਬਚਨਾਂ ਦੀ ਪੋਥੀ ਸੀ। ਉੱਚੀ ਕੁਲੈ ਧਰੀ ਨਿਜ ਸੀਸੰ, ਉੱਚੀ ਟੋਪੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਾਰਨ ਕਰਦੇ ਹਨ। ਆਸਾ ਹਾਥ ਬਿਕੇ ਜਗਦੀਸ਼ੰ, ਔਰ ਹੱਥ ਵਿੱਚ ਮੋਟਾ ਕੁਤਕਾ ਮਹਾਰਾਜ ਜੀਆਂ ਨੇ ਪਕੜ ਲਿਆ। ਅਣਘੜਿਆ ਸੋਟਾ, ਆਸਾ, ਆਸਾ ਮੋਟੇ ਸੋਟੇ ਨੂੰ ਕਹਿੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਹੁਣ ਇਹ ਲਿਬਾਸ, ਇਹ ਸਤਿਗੁਰੂ ਜੀਆਂ ਦਾ ਪਹਿਰਾਵਾ ਹੋਇਆ ਤੁਰਨ ਲੱਗਿਆਂ। ਗਰੇ ਜਨੇਊ ਪਾਏ ਕਿਰਪਾਲਾ, ਔਰ ਨਾਲ ਕਵੀ ਜੀ ਇਹ ਵੀ ਲਿਖਦੇ, ਕਹਿੰਦੇ ਸਤਿਗੁਰੂ ਜੀਆਂ ਨੇ ਜਨੇਊ ਵੀ ਇੱਕ ਪਾਸਿਓਂ ਪਾ ਲਿਆ। ਤਿਲਕ ਕਰਿਓ ਸੁੰਦਰ ਪੁਨ ਪਾਲਾ, ਔਰ ਉਹ ਇਸ ਵਾਸਤੇ ਸਾਧ ਸੰਗਤ ਜੀਓ ਕਿ ਲੋਕਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਆਣ ਕਰਕੇ ਬੈਠ ਕੇ ਵਿਚਾਰ ਕਰੇ। ਹਾਲਾਂਕਿ ਸਤਿਗੁਰੂ ਮਹਾਰਾਜ ਜੀਆਂ ਨੇ ਤਾਂ ਪੰਡਤ ਹਰਦਿਆਲ ਦੇ ਹੱਥੋਂ ਤਾਂ ਪਾਇਆ ਨਹੀਂ। ਉਹ ਇੱਥੇ ਕਹਿ ਦਵੇ ਭਾਈ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਬਾਬੇ ਜੀ ਨੇ ਪਾ ਲਿਆ। ਸਾਧ ਸੰਗਤ ਜੀ ਉਹ ਇੱਕ ਬਾਹਰੀ ਤੌਰ ਤੇ ਤੁਰਨ ਲੱਗਿਆਂ ਜਿਹੜੇ ਪਾਸੇ ਜਾ ਰਹੇ ਹਨ ਉੱਥੋਂ ਦਾ ਇੱਕ ਲਿਬਾਸ ਹੈ। ਹਾਲਾਂਕਿ ਇਹ ਲਿਬਾਸ ਕਿਉਂਕਿ ਕੁਦਰਤੀ ਹੈ ਉਹ ਤਾਂ ਪਕੜੇ ਜਾਣਗੇ ਵੀ ਇਹ ਇਹਨਾਂ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਵਿੱਚੋਂ ਇੱਕ ਵੱਖਰੇ ਨਵੇਕਲੇ ਪਏ ਹੁੰਦੇ ਹਨ। ਉਹ ਨਵੇਕਲੇ ਇਸ ਕਰਕੇ ਹੋ ਰਹੇ ਨੇ ਵੀ ਆਓ ਬੈਠ ਕੇ ਵਿਚਾਰ ਕਰੋ। ਲੋਕਾਈ ਉਹਨਾਂ ਨੂੰ ਸਤਿਗੁਰੂ ਜੀਆਂ ਦਾ ਮੰਨ ਲਓ, ਜੇ ਇਹ ਪਹਿਰਾਵਾ ਮਹਾਰਾਜ ਜੀਆਂ ਨੇ ਜਿਸ ਤੋਂ ਧਾਰਨ ਕੀਤਾ ਹੋਵੇਗਾ ਲੋਕ ਬੜੇ ਖਿੜਖੜਾ ਕੇ ਹੱਸੇ ਹੋਣਗੇ। ਪਾਤਸ਼ਾਹ ਜੀਆਂ ਦੇ ਪ੍ਰਤੀ ਉਹਨਾਂ ਨੇ ਕੋਈ ਚੰਗੇ ਬੋਲ ਤਾਂ ਕਹੇ ਨਹੀਂ ਹੋਣੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਨ ਤੇ ਇਹ ਲਿਬਾਸ ਕੀਤਾ, ਪਰ ਉਹ ਕਰਨਾ ਜ਼ਰੂਰੀ ਇਸ ਕਰਕੇ ਹੋਇਆ ਕਿ ਬੈਠ ਕੇ ਕੋਈ ਵਿਚਾਰ ਹੋਵੇਗੀ। ਸੁਨੋ ਗੁਰੂ ਅੰਗਦ ਰਸ ਪੀਨੇ, ਇਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੁਸੀਂ ਇਹ ਮੁਬਾਰਕ ਬੋਲ ਸੁਣੋ। ਕੂਜਾ ਮੁਝੇ ਮੁਸੱਲਾ ਦੀਨੇ, ਪਾਤਸ਼ਾਹ ਜੀਆਂ ਨੇ ਮੈਨੂੰ ਕੂਜਾ ਦੇ ਦਿੱਤਾ, ਨਾਲ ਮੈਨੂੰ ਸਤਿਗੁਰੂ ਜੀਆਂ ਨੇ ਮੁਸੱਲਾ ਆਪਣਾ ਬਸਤਰ ਜੋ ਹਾਜੀ ਲੋਕ ਜਦੋਂ ਨਮਾਜ਼ ਪੜ੍ਹਦੇ ਨੇ ਵਿਛਾਉਂਦੇ ਨੇ, ਪਾਤਸ਼ਾਹ ਜੀਆਂ ਨੇ ਉਹ ਮੈਨੂੰ ਦੇ ਦਿੱਤਾ। ਘਰ ਮੈਂ ਸੇਲੀ ਪਾਏ ਬਿਸਾਲਾ, ਪਾਤਸ਼ਾਹ ਜੀਆਂ ਨੇ ਗਲੇ ਵਿੱਚ ਪਾ ਲਈ। ਬਨੇ ਸੁਹਾਜੀ ਰੂਪ ਕਿਰਪਾਲਾ, ਕਿਉਂਕਿ ਜਾਣਾ ਹੈ ਉਹਨਾਂ ਮੁਸਲਮਾਨ ਵੀਰਾਂ ਦੇ ਨਾਲ, ਇਸਲਾਮ ਮਤ ਵਾਲੇ ਸੰਬੰਧਿਤ ਵੀਰਾਂ ਨਾਲ। ਮਹਾਰਾਜ ਜੀਆਂ ਨੇ ਹਾਜੀਆਂ ਵਾਲਾ ਲਬੇਸ ਬਣਾਇਆ। ਕੌਤਕ ਹਿਤ ਇਹ ਰੂਪ ਬਣਾਏ, ਕਹਿੰਦੇ ਸਾਰਾ ਇਹ ਜਿਹੜਾ ਰੂਪ ਸੀ ਪਾਤਸ਼ਾਹ ਜੀਆਂ ਨੇ ਕੌਤਕਾਂ ਵਾਸਤੇ ਪਾਇਆ। ਹਿੰਦੂ ਤੁਰਕ ਨ ਜਾਤ ਲਖਾਏ, ਪਤਾ ਹੀ ਨਹੀਂ ਲੱਗਦਾ ਕਿ ਪਾਤਸ਼ਾਹ ਹਿੰਦੂ ਹਨ ਕਿ ਪਾਤਸ਼ਾਹ ਮੁਸਲਮਾਨ ਹਨ। ਕੁਝ ਲਿਬਾਸ ਦੂਸਰਿਆਂ ਦਾ, ਕੁਝ ਲਿਬਾਸ ਦੂਸਰਿਆਂ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਹਨਾਂ ਕੋਲੋਂ ਪਤਾ ਨਹੀਂ ਪਿਆ ਲੱਗਦਾ। ਮੁਲਤਾਨ ਆਦਿਕ ਜੇ ਪੁਰ ਔਰਾ, ਮੁਲਤਾਨ ਨਗਰ ਦੇ ਕੋਲ ਹਾਜੀ ਮਿਲੇ ਹੁਤੋ ਤੈ ਠੌਰਾ, ਉਸੇ ਥਾਂ ਤੇ ਸਾਰੇ ਇਕੱਠੇ ਹੋਏ। ਮੁਲਤਾਨ ਤੋਂ ਭਾਈ ਵੀਰ ਸਿੰਘ ਲਿਖਦੇ ਹਨ, ਫਿਰ ਮੁਲਤਾਨ ਤੋਂ ਕਰਾਚੀ, ਕਰਾਚੀ ਤੋਂ ਸੂਰਤ, ਸੂਰਤ ਦੀ ਬੰਦਰਗਾਹ ਤੋਂ ਫਿਰ ਸਾਰੇ ਇਹ ਹਾਜੀ ਲੋਕ ਮੱਕੇ ਨੂੰ ਜਾਂਦੇ ਸਨ। ਚਲੋ ਹੁਣ ਤਾਂ ਸਾਰਾ ਇਹ ਸਮੇਂ ਦੇ ਨਾਲ ਇਹ ਬਦਲ ਗਿਆ। ਹੁਣ ਤਾਂ ਵੈਸੇ ਜਿਹੜੇ ਪੰਜਾਬ ਤੋਂ ਹਾਜੀ ਲੋਕ ਜਾਂਦੇ ਹਨ ਜਾਂ ਵੱਖ-ਵੱਖ ਥਾਵਾਂ ਤੋਂ ਹਰ ਸਾਲ ਹੀ ਹੱਜ ਕਰਨ ਵਾਸਤੇ ਮੱਕੇ ਮਦੀਨੇ ਦੀ ਧਰਤੀ ਤੇ
ਸਲਾਮਤ ਵਾਲੇ ਵੀਰ ਪਹੁੰਚਦੇ ਹਨ, ਹੁਣ ਫਲਾਈਟਾਂ ਰਾਹੀਂ ਜਾਂਦੇ ਹਨ। ਜਿਹੜਾ ਉਸ ਵਕਤ ਦਾ ਜਿਹੜਾ ਸਮਾਂ ਸੀ ਉਹ ਮੰਨਿਆ ਗਿਆ ਕਿ ਜਿਹੜੇ ਉੱਥੋਂ ਮੁਲਤਾਨ ਤੋਂ ਕਰਾਚੀ ਸੂਰਤ ਦੀ ਬੰਦਰਗਾਹ, ਗੁਜਰਾਤ ਦੇ ਕੋਲੋਂ ਸੂਰਤ ਦੀ ਬੰਦਰਗਾਹ ਤੋਂ ਫਿਰ ਇੱਥੋਂ ਸਾਰੇ ਇਕੱਠੇ ਹੋ ਕੇ ਜਹਾਜ਼ ਤੇ ਚੜ੍ਹ ਕੇ ਉਹਨਾਂ ਦਿਨਾਂ ਦੇ ਦੌਰਾਨ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਜਾ ਕਰਕੇ ਫਿਰ ਉੱਥੋਂ ਅਰਬ ਕੰਟਰੀ ਨੂੰ ਜਾ ਕੇ ਉੱਥੇ ਹੱਜ ਕਰਕੇ ਆਉਂਦੇ ਸਨ। ਹਰ ਮੁਸਲਮਾਨ ਵੀਰ ਦੀ ਜਿਹੜਾ ਨਮਾਜ਼ੀ ਹੈ ਉਹਦੇ ਚਿੱਤ ਦੀ ਅੰਤਮ ਚਾਹਨਾ ਇਹੋ ਹੈ ਕਿ ਮੈਂ ਉਹਨਾਂ ਥਾਵਾਂ ਦੀ ਜ਼ਰੂਰ ਹੱਜ ਕਰਕੇ ਉਹਨਾਂ ਥਾਵਾਂ ਤੇ ਮੈਂ ਜ਼ਰੂਰ ਆਵਾਂ। ਮੁਲਤਾਨ ਇਹ ਸਾਰੇ ਇਕੱਠੇ ਹੋਏ, ਹਾਜੀ ਮਿਲੇ ਹੁਤੇ ਤੇ ਠੌਰਾ, ਉਹਨਾਂ ਥਾਵਾਂ ਤੇ ਸਾਰੇ ਹਾਜੀ ਇਕੱਠੇ ਹੋਏ। ਮੱਕੇ ਜਾਨ ਜਿਨੇ ਅਬਿਲਾਖਾ, ਜਿਨ੍ਹਾਂ ਦੀ ਮੱਕੇ ਜਾਣ ਦੀ ਅਭਿਲਾਸ਼ਾ ਸੀ। ਨਿਸਾ ਗੁਜਾਰਨ ਡੇਰੋ ਰਾਖਾ, ਮੁਲਤਾਨ ਤਾਂ ਉਹਨਾਂ ਨੇ ਆਪਣਾ ਡੇਰਾ ਕੀਤਾ ਸੀ, ਪੰਧ ਇੱਕ ਥਾਂ ਇਕੱਠੇ ਹੋਏ। ਮਿਲ ਬੈਸੇ ਤੇ ਜੈ ਇਸ ਥਾਨਾ, ਸਾਰੇ ਮਿਲ ਬੈਠ ਗਏ ਇਸ ਥਾਂ ਤੇ। ਤਿਨ ਕੇ ਮਦ ਗਏ ਗੁਣ ਖਾਨਾ, ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਵਿਚਕਾਰ ਗਏ ਹਨ। ਤਬੇ ਮੁਸੱਲਾ ਮੈਂ ਸੋ ਵਿਛਾਵਾ, ਭਾਈ ਬਾਲਾ ਜੀ ਲੱਗੇ ਕਹਿਣ, ਕਹਿੰਦੇ ਫਿਰ ਪਾਤਸ਼ਾਹ ਜੀ ਦਾ ਜਿਹੜਾ ਉਹ ਮੁਸੱਲਾ ਸੀ ਮੈਂ ਫਿਰ ਉਸ ਥਾਂ ਤੇ ਵਿਛਾਇਆ। ਤੈਂ ਪਰ ਬੈਸੇ ਦੁੱਖ ਬਨ ਦਾਵਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੁੱਖਾਂ ਰੂਪੀ ਬੰਨ ਨੂੰ ਅਗਨ ਨਾਲ ਸਾੜਨ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬੈਠ ਗਏ। ਹਾਜਿਨ ਹਿਰਦੇ ਈਰਖਾ ਹੋਈ, ਹੁਣ ਬਾਕੀ ਹਨ ਹਾਜੀ, ਉਹਨਾਂ ਦੇ ਹਿਰਦੇ ਅੰਦਰ ਬੜੀ ਈਰਖਾ ਹੋਈ। ਸ਼੍ਰੀ ਗੁਰ ਸੋ ਬੋਲਤ ਭੇਸੋਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਹਿਣ ਲੱਗੇ, ਕੌਣ ਦੇਸ਼ ਤੇ ਤੁਮ ਚਲ ਆਏ, ਪੁੱਛਣ ਲੱਗੇ ਵੀ ਤੁਸੀਂ ਕੌਣ ਹੋ? ਕਿਉਂਕਿ ਪਾਤਸ਼ਾਹ ਜੀਆਂ ਦਾ ਜਿਹੜਾ ਲਿਬਾਸ ਪਹਿਨਦੇ ਆ, ਸਾਰ ਪਾਤਸ਼ਾਹ ਜੀ ਨੂੰ ਪੁੱਛ ਲਿਆ ਕੌਣ ਹੋ, ਕਿਹੜੇ ਦੇਸ਼ ਤੋਂ ਆਏ ਹੋ? ਕੌਣ ਨਾਬ ਅਬ ਕਹਾਂ ਸਿਦਾਏ, ਨਾਮ ਕੀ ਹੈ ਤੇ ਤੁਸੀਂ ਚੱਲੇ ਕਿਹੜੇ ਪਾਸੇ ਹੋ ਤੇ ਕਿਹੜੇ ਪਾਸੇ ਤੁਸੀਂ ਜਾ ਰਹੇ ਹੋ, ਤੁਹਾਡਾ ਨਾਮ ਦੱਸੋ। ਮੁਸਲਮਾਨ ਕਹਿ ਹਿੰਦੂ ਇਹੀ, ਪੁੱਛਿਆ ਉਹਨਾਂ, ਦੱਸੋ ਸਾਨੂੰ ਤੁਸੀਂ ਮੁਸਲਮਾਨ ਹੋ ਕਿ ਹਿੰਦੂ ਹੋ? ਬਿਨਾ ਕਹੇ ਤੇ ਜਾਏ ਨ ਲਹੀ, ਤੁਹਾਡੇ ਬਿਨਾਂ ਦੱਸਿਆ ਸਾਨੂੰ ਨਹੀਂ ਉਹ ਪਤਾ ਲੱਗਣਾ ਤੁਸੀਂ ਕੌਣ ਹੋ। ਹਾਜੀ ਬੇਕ ਤਿਲਕ ਹੈ ਮਾਥੇ, ਲਿਬਾਸ ਤੁਹਾਡਾ ਹਾਜੀਆਂ ਵਾਲਾ, ਮੱਥੇ ਤੁਸੀਂ ਤਿਲਕ ਵੀ ਲਾਇਆ ਹੈ, ਇਹ ਸਾਨੂੰ ਸਮਝ ਨਹੀਂ ਪੈਂਦੀ। ਜਾਂ ਤੇ ਬੂਝਤ ਹੈ ਤੁਝ ਸਾਥੇ, ਇਸ ਕਰਕੇ ਅਸੀਂ ਤੁਹਾਨੂੰ ਪੁੱਛਦੇ ਹਾਂ। ਸ਼੍ਰੀ ਨਾਨਕ ਜੀ ਬੈਨ ਅਲਾਏ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਬੇਗਮਪੁਰੇ ਦੇਸ਼ ਤੇ ਆਏ। ਮਹਾਰਾਜ ਜੀ ਕਹਿੰਦੇ ਸੀ ਬੇਗਮਪੁਰੇ ਦੇਸ਼ ਤੋਂ ਆਏ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਦੇਸ਼ ਬੇਗਮਪੁਰਾ ਦੱਸਿਆ। ਹਿੰਦੂ ਮੁਸਲਮਾਨ ਜਗ ਮਾਹੂ, ਆ ਜੋ ਹਿੰਦੂ ਤਥਾ ਮੁਸਲਮਾਨ ਜੋ ਜਗਤ ਦੇ ਅੰਦਰ ਹਨ, ਮੈਂ ਹੋ ਦੋਨੋਂ ਕੇਰ ਗਵਾਹੂ, ਮੈਂ ਇਹਨਾਂ ਦੋਹਾਂ ਦਾ ਗਵਾਹ ਹਾਂ, ਇਹਨਾਂ ਦੋਹਾਂ ਦਾ, ਹਿੰਦੂ ਤਥਾ ਮੁਸਲਮਾਨਾਂ ਦਾ। ਪੱਖਵਾਦ ਮੈਂ ਉਰਜੇ ਕਾਚੇ, ਆ ਜੋ ਜਗਤ ਦੇ ਅੰਦਰ ਪੱਖਪਾਤ ਦੇ ਅੰਦਰ ਬਸ ਝਗੜਿਆਂ ਦੇ ਅੰਦਰ ਹੀ ਜਿਹੜੇ ਉਲਝੇ ਹੋਏ ਹਨ, ਤਜ ਸਾਚੋ ਕੂਰੇ ਮਨ ਰਾਚੇ, ਸੱਚ ਨੂੰ ਛੱਡ ਕੇ ਕੂੜ ਦੇ ਅੰਦਰ ਹੀ ਉਲਝੇ ਹੋਏ ਹਨ। ਜਲਵਾ ਸਰਬ ਸਰੀਰਨ ਜੋ ਜਲਵਾ ਪਰਿਪੂਰਨ ਪਰਮਾਤਮਾ, ਜਿਹੜਾ ਪ੍ਰਕਾਸ਼ ਸਾਰਿਆਂ ਪਾਸੇ ਹੈ, ਤੈਂ ਕੋ ਭੇਵ ਨ ਜਾਣੇ ਕੋ, ਪਰ ਇਹ ਇਸ ਭੇਦ ਨੂੰ ਨਹੀਂ ਜਾਣਦੇ, ਇਸ ਭੇਦ ਨੂੰ ਉਹ ਨਹੀਂ ਪਹਿਚਾਣ ਸਕਦੇ। ਬਾਤ ਤਾਂ ਹੈ ਉਸ ਪਰਮਾਤਮਾ ਦੀ, ਪਰ ਪਏ ਹਨ ਇਹਨਾਂ ਝਗੜਿਆਂ ਦੇ। ਕਹਿ ਰਿਹਾ ਮੇਰਾ ਮਤ ਵੱਡਾ ਹੈ, ਉਹ ਕਹਿ ਰਿਹਾ ਮੇਰਾ ਮਤ ਵੱਡਾ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਸੰਗਤ ਜੀਓ, ਜਿਸ ਪਾਤਸ਼ਾਹ ਜੀ ਦੀ ਗੋਦ ਵਿੱਚ ਜੁੜ ਬੈਠੇ ਹਾਂ, ਮਹਾਰਾਜ ਜੀਆਂ ਸੈਫ ਦੀ ਤੋਂ ਪਤਾ ਲੱਗਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੈਫਾਬਾਦ ਆਉਣਗੇ। ਪੀਰ ਜੀਆਂ ਨੇ ਸਤਿਗੁਰੂ ਵਾਸਤੇ ਵੱਖਰੀ ਧਰਮਸ਼ਾਲਾ ਬਣਾ, ਪਾਤਸ਼ਾਹ ਜੀ ਦਾ ਪੀਰ ਮਹਾਰਾਜ ਕਹਿੰਦੇ ਮਸੀਤ ਬਣੀ ਤਾਂ ਸੀ, ਹੋਰ ਬਣਾਉਣ ਦੀ ਕੀ ਲੋੜ ਸੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਸੀਂ ਨਿਵਾਸ ਹੀ ਕਰਨਾ ਸੀ, ਅਸੀਂ ਇੱਥੇ ਹੀ ਕਰ ਲਵਾਂਗੇ, ਸਾਡਾ ਟਿਕਾਣਾ ਹੋਰ ਬਣਾਉਣ ਦੀ ਲੋੜ ਕੀ ਸੀ, ਅਸੀਂ ਇੱਥੇ ਹੀ ਸੀ ਨਿਵਾਸ ਕਰ ਲੈਣਾ ਸੀ। ਇਹ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪੰਥ।
ਪਾਤਸ਼ਾਹ ਜੀ ਤਾਂ ਇਸ ਝਗੜੇ ਵਿੱਚ ਪਏ ਹੀ ਨਹੀਂ। ਸਤਿਗੁਰੂ ਧੰਨ ਗੁਰੂ ਨਾਨਕ ਜੋ ਅੱਜ ਵੀ ਹੁਣ ਵੀ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਅੰਦਰ ਆਪਣੇ ਇਸ ਭਾਰਤ ਦੇ ਖੰਡ ਦੇ ਅੰਦਰ ਜੋ ਹੁਣ ਵੱਡੇ ਜਿਹੜੇ ਵੱਡੇ ਝਗੜੇ ਪਏ ਹੋਏ ਹਨ, ਅੱਜ ਵੀ ਹਨ, ਵੱਡੇ ਪੱਧਰ ਬਣੇ ਹੋਏ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਕਰਕੇ ਮਾਨ ਜਿਹੜੇ ਥਾਂ ਤੇ ਪੁੱਛ ਰਹੇ ਨੇ ਵੀ ਤੁਸੀਂ ਦੱਸੋ ਕੌਣ ਹੋ। ਮਹਾਰਾਜ ਕਹਿੰਦੇ ਜਿਹੜੇ ਆ ਝਗੜਿਆਂ ਦੇ ਵਿੱਚ ਜਿਹੜੇ ਪਏ ਹੋਏ ਵਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹ ਆਪ ਜੀਆਂ ਨੇ ਜੀਵਨ ਦੇ ਅੰਦਰ ਵਿਚਰਨਾ ਸਿਖਾਇਆ। ਮੰਨ ਲਓ ਅਗਾ ਜਦੋਂ ਸਾਰੇ ਇਕੱਠੇ ਹੋ ਕੇ ਪੁੱਛਦੇ ਨੇ ਬਾਬਾ ਦੱਸੋ ਵੱਡਾ ਕੌਣ ਸਾਡੇ ਵਿੱਚੋਂ, ਮੁਸਲਮਾਨ ਵੱਡਾ ਕਿ ਹਿੰਦੂ ਵੱਡਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉੱਤਰ ਨੇ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਬਈ ਵੀ ਕਿਸੇ ਦੀ ਅਧੀਨਗੀ ਕਬੂਲ ਲਵਾਂਗੇ, ਕਿਸੇ ਦੇ ਡਰ ਕਾਰਨ ਆਪਣਾ ਜਿਹੜਾ ਸਿਧਾਂਤ ਹੈ ਉਹ ਛੱਡ ਦੇਵਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਘਰ ਤਾਂ ਐਸਾ ਹੈ ਹੀ ਨਹੀਂ। ਜਦੋਂ ਉਸ ਥਾਂ ਹਾਜੀਆਂ ਨੇ ਪੁੱਛਿਆ ਦੱਸੋ ਕੌਣ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸਦੇ ਨੇ, ਕਹਿੰਦੇ ਬੇਗਮਪੁਰੇ ਦੇਸ਼ ਤੋਂ ਆਏ ਹਾਂ ਅਸੀਂ ਤਾਂ। ਮਹਾਰਾਜ ਸੱਚੇ ਪਾਤਸ਼ਾਹ ਲੱਗੇ ਕਹਿਣ, ਕਹਿੰਦੇ ਜਿਹੜੇ ਹੁਣ ਆ ਹਿੰਦੂ ਤਥਾ ਮੁਸਲਮਾਨ ਝਗੜਿਆਂ ਵਿੱਚ ਖਪੇ ਪਏ ਹਨ, ਏਤ ਬੰਦਗੀ ਬੰਦਾ ਆਇਓ, ਬੰਦਾ ਤਾਂ ਸੰਸਾਰ ਤੇ ਬੰਦਗੀ ਵਾਸਤੇ ਆਇਆ ਹੈ। ਤੈ ਤਜਮਾਨ ਮੋਹ ਲਪਟਾਇਓ, ਉਸ ਬੰਦਗੀ ਨੂੰ ਛੱਡ ਕੇ ਬੰਦਾ ਤਾਂ ਹੋਰ ਪਾਸੇ ਹੀ ਉਲਝਿਆ ਰਿਹਾ ਹੈ। ਤੋ ਹੋਏ ਬੰਦਗੀ ਗਹਿ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬੋਲ, ਬੰਦੋ ਹੋਏ ਬੰਦਗੀ ਗਹਿ। ਬੰਦੇ ਦਾ ਕੰਮ ਤਾਂ ਬੰਦਗੀ ਦੇ ਸੰਗ ਹੀ ਜੁੜਨਾ ਹੈ, ਪਰਿਪੂਰਨ ਪਰਮਾਤਮਾ ਦੇ ਭਜਨ ਕਰਤਾਰ ਦੇ ਸਿਮਰਨ ਦੇ ਅੰਦਰ ਜੁੜਨਾ ਹੈ। ਮਹਾਰਾਜ ਕਹਿੰਦੇ ਭਾਈ ਉਹਨੂੰ ਛੱਡ ਕੇ ਤਾਂ ਹੋਰ ਵਿਸ਼ਿਆਂ ਵਿਕਾਰਾਂ ਦੇ ਅੰਦਰ ਮਾਣ ਅਪਮਾਨ ਦੇ ਅੰਦਰ ਹੀ ਉਲਝਿਆ ਖਪਿਆ ਰਿਹਾ ਹੈ। ਤਾਂ ਤੇ ਨਰ ਗੈਵਾਨ ਹਵਾਨੋ, ਇਸੇ ਕਰਕੇ ਫਿਰ ਇਹ ਹਵਾਨ ਪਸ਼ੂ ਬਿਰਤੀ ਰੱਖਦਾ ਹੈ। ਸਭ ਕੋ ਉਪਦੇਸ਼ਕ ਮੁਝ ਮਾਨੋ, ਜੇ ਤੂੰ ਮੈਨੂੰ ਮੰਨਣਾ ਹੈ, ਮਹਾਰਾਜ ਕਹਿੰਦੇ ਮੈਂ ਉਹਨਾਂ ਸਾਰਿਆਂ ਨੂੰ ਉਪਦੇਸ਼ ਦੇਣ ਵਾਸਤੇ ਆਇਆ ਹਾਂ। ਅਸ ਬਿਦ ਸੁਨ ਕੇ ਮਨ ਬਿਸਮਾਨੀ, ਜਦੋਂ ਇੰਨੇ ਬੋਲ ਉਹਨਾਂ ਸਾਰਿਆਂ ਨੇ ਸੁਨੇ ਹਨ, ਇਹ ਤੋ ਬੋਲਤ ਬੋਲ ਮਾਨੀ, ਜਦੋਂ ਉਹਨਾਂ ਦੇ ਸਿਰ ਦੇ ਉੱਪਰੋਂ ਦੀਆਂ ਲੰਘ ਗਈਆਂ, ਕਹਿਣ ਲੱਗੇ ਇਹ ਤਾਂ ਕੋਈ ਬੜੇ ਹੀ ਵੱਡੇ ਮਹਾਨ ਬੋਲ ਬਚਨ ਕਰਨ ਵਾਲੇ ਹਨ। ਮੁਲਤਾਨੀ ਕੋ ਪੀਰ ਤਾਹੀ, ਉਸੇ ਥਾਂ ਤੇ ਜਿਹੜਾ ਮੁਲਤਾਨ ਦਾ ਪੀਰ ਸੀ ਵੱਡਾ, ਉਹ ਵੀ ਉੱਥੇ ਸੀ। ਨਾਮ ਬਹਾਵ ਦੀਨ ਤੋ ਜਾਈ, ਜਿਹਦਾ ਨਾਮ ਪੀਰ ਬਹਾਵਲ ਦੀਨ ਸੀ। ਤਰਕ ਸੰਗ ਤਿਨ ਬਚਨ ਪ੍ਰਕਾਸ਼ਾ, ਉਹਨੇ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਜਿਹੜੀਆਂ ਬੜੀਆਂ ਹੀਲ ਹੁਜਤਾਂ ਦੇ ਨਾਲ ਜਿਹੜੇ ਪ੍ਰਸ਼ਨ ਉਹਨੇ ਕੀਤੇ, ਮਹਾਰਾਜ ਜੀਆਂ ਨੂੰ ਬਚਨ ਕਰਦੇ ਹਨ। ਇਹ ਕਿਤਾਬ ਜੋ ਤੇਰੇ ਪਾਸਾ, ਆ ਜੋ ਤੁਹਾਡੇ ਕੋਲ ਕਿਤਾਬ ਹੈ, ਇਹ ਤੋ ਪੜ ਜਾਣਤ ਕਹਿ ਨਾਈ, ਸਾਨੂੰ ਇਹ ਤੁਸੀਂ ਪੜ੍ਹਦੇ ਹੋ, ਇਹਦੇ ਵਿੱਚ ਕੀ ਅੰਕਿਤ ਹੈ? ਦਿਓ ਮਾਇਨਾ ਜੋ ਇਸ ਮਾਈ, ਸਾਨੂੰ ਤੁਸੀਂ ਇਸ ਪੋਥੀ ਦਾ, ਸਾਨੂੰ ਇਹਨਾਂ ਬਚਨਾਂ ਦਾ ਅਰਥ ਤੁਸੀਂ ਦੱਸੋ ਜੋ ਤੁਹਾਡੇ ਦੇ ਆਪ ਜੀਆਂ ਦੇ ਕੋਲ ਜੋ ਕਿਤਾਬ ਜਾਂ ਪਾਵਨ ਪੋਥੀ ਹੈ। ਸੁਨ ਕਰ ਸ੍ਰੀ ਗੁਰ ਬਚਨੀ ਉਚਾਰਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਪੀਰ ਦੇ ਬੋਲ ਸੁਣ ਕੇ ਸਤਿਗੁਰੂ ਜੀ ਬਚਨ ਕਰਦੇ ਹਨ। ਪੜਨ ਕਿਤਾਬਨ ਤੀਨ ਪ੍ਰਕਾਰਾ, ਮਹਾਰਾਜ ਕਹਿੰਦੇ ਕਿਤਾਬਾਂ ਪੜ੍ਹਨੀਆਂ ਤਿੰਨ ਤਰ੍ਹਾਂ ਦੀਆਂ ਹਨ। ਤਿੰਨ ਤਰੀਕਿਆਂ ਨਾਲ ਬੰਦਾ ਕਿਤਾਬ ਪੜ੍ਹਦਾ ਹੈ। ਕਿਤਾਬ ਪੜ੍ਹਨੀ ਤਿੰਨ ਤਰੀਕਿਆਂ ਦੀ ਹੈ। ਉਸਤਖਾਨ ਗੋਸ਼ਤ ਮਗਜ਼ੈ ਪੁਨ, ਮਹਾਰਾਜ ਕਹਿੰਦੇ ਪਹਿਲਾ ਹੈ ਉਸਤਖਾਨ, ਦੂਸਰਾ ਹੈ ਗੋਸ਼ਤ, ਤੀਸਰਾ ਹੈ ਮਗਜ਼। ਉਸਤਖਾਨ ਤੋਂ ਭਾਵ ਹੱਡੀ, ਗੋਸ਼ਤ ਤੋਂ ਭਾਵ ਮਾਸ, ਤਥਾ ਮਗਜ਼ੈ ਤੋਂ ਭਾਵ ਮਗਜ਼ ਰੂਪੀ ਤੱਤ, ਭਾਵ ਉਹਦਾ ਇੱਕ ਖਾਸ ਵਿਸ਼ੇਸ਼ ਤੱਤ। ਇਨਕੇ ਲੱਛਣ ਉਚਰਤ ਹੋ ਸੁਨ, ਮੈਂ ਹੁਣ ਤੁਹਾਨੂੰ ਇਹਨਾਂ ਦੇ ਲੱਛਣ ਦੱਸਦਾ ਹਾਂ। ਪੜ੍ਹਨਾ ਤਿੰਨ ਪ੍ਰਕਾਰ ਦਾ ਕਿਵੇਂ ਪੜ੍ਹਨਾ ਹੋਇਆ। ਜਦੋਂ ਨਾ ਪੁੱਛਿਆ ਵੀ ਸਾਨੂੰ ਦੱਸੋ ਇਹਦੇ ਮਾਇਨੇ ਦੱਸੋ, ਪਾਤਸ਼ਾਹ ਕਹਿੰਦੇ ਪੜ੍ਹਨਾ ਵੀ ਤਿੰਨ ਤਰ੍ਹਾਂ ਦਾ ਹੈ। ਮਹਾਰਾਜ ਜੀ ਬਚਨ ਕਰਦੇ ਹਨ, ਪੜ ਕਰ ਸਭ ਕੋ ਹੁਜਤ ਕਰਨੀ, ਹਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਾਵਨ ਆਸਾ ਦੀ ਵਾਰ ਦੇ ਅੰਦਰ ਸ਼ਲੋਕ ਉਚਾਰਨ ਕੀਤੇ ਹਨ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਹ। ਮਹਾਰਾਜ ਕਹਿੰਦੇ ਇੱਕ ਪੜਦਾ ਉਹ ਪੜਦਾ ਇਸੇ ਕਰਕੇ ਹੈ ਵੀ ਮੈਂ ਤਾਂ ਬਸ ਲੁਕਾਈ ਨਾਲ ਜਾ ਕੇ ਹੁੱਜਤ ਹੀ ਕਰਨੀ ਆ, ਵੀ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੈ। ਪਹਿਲਾ ਪੜਨਾ ਹੈ ਇਹ ਹੈ ਉਸਤਖਾਨ। ਉਸਤਖਾਨ ਭਾਵ ਹੱਡੀ। ਪਹਿਲਾ ਪੜਨਾ ਤਾਂ ਇਹ ਹੋਇਆ ਵੀ ਪੜ ਕਰਕੇ ਕਿਸੇ ਦੇ ਨਾਲ ਆੜ ਕੇ ਹੀਲ ਹੁੱਜਤ ਹੀ ਕਰਨੀ। ਜਦੋਂ ਕਈ ਵਾਰ ਖਾਸ ਤੌਰ ਤੇ ਭਾਈ ਸੰਤੋਖ ਸਿੰਘ ਜੀ ਦੀਆਂ ਜੋ ਕਥਾਵਾਂ ਜਦੋਂ ਦਰਸ਼ਨਦਾਰ ਕਰਨੇ ਹਾਂ, ਜਿਹੜੇ ਤੱਤ ਪਾਵਨ ਇਤਿਹਾਸ ਦੇ ਵਿੱਚੋਂ ਜੋ ਸਾਹਮਣੇ ਆਉਂਦੇ, ਜਦੋਂ ਕਹਿੰਦੇ ਕੋਈ ਨਮਸਕਾਰ ਕਰਨ ਵੀ ਆਉਂਦਾ ਹੈ, ਨਮਸਕਾਰ ਕਰਨ ਵਾਲਿਆਂ ਦਾ ਹਰ ਇੱਕ ਦਾ ਆਪੋ ਆਪਣਾ। ਕਿਸੇ ਨੇ ਆਣ ਕੇ ਸੁਣਿਆ ਵੀ ਰਾਗੀ ਸਿੰਘਾਂ ਨੇ ਜੋ ਸੁਰ ਵਜਾਈ ਜਾਂ ਜੋ ਰਾਗੀ ਸਿੰਘਾਂ ਦੀ ਲੈ ਤਾਲ ਸੀ ਇਹ ਇਸ ਤਰ੍ਹਾਂ ਸੀ। ਕਿਸੇ ਨੇ ਸੁਣਿਆ ਵੀ ਜੋ ਤਬਲੇ ਵਾਲਾ ਸੀ ਉਹ ਕਿਸ ਤਰ੍ਹਾਂ ਤਬਲਾ ਪਿਆ ਵਜਾਉਂਦਾ ਸੀ। ਕੋਈ ਵਿੱਚੋਂ ਆਇਆ ਜਿਹਨੇ ਆਪਣਾ ਇੱਕ ਤੱਤ ਪਾਵਨ ਪਵਿੱਤਰ ਬਾਣੀ ਦਾ ਕਿਸੇ ਨੇ ਗ੍ਰਹਿਣ ਕੀਤਾ। ਮਹਾਰਾਜ ਕਹਿੰਦੇ ਭਾਈ ਉਸਤਖਾਨ ਜੋ ਹੈ ਉਹ ਹੈ ਕਿਸੇ ਨਾਲ ਕਿਤਾਬ ਪੜ੍ਹ ਕੇ ਇਕੱਲੀ ਹੁੱਜਤ ਕਰਨੀ। ਉਸਤਖਾਨ ਇਸ ਬਿਦ ਕੀ ਬਰਨੀ, ਇਹ ਹੈ ਉਸਤਖਾਨ, ਇਹਨੂੰ ਉਸਤਖਾਨ ਕਹਿੰਦੇ ਹਨ। ਬੁਜ਼ਰਗ ਹੋ ਬੈਠਨ ਪਠ ਕਰਕੇ, ਬਸ ਕੇਵਲ ਉਹਨਾਂ ਵਿੱਚੋਂ ਜਿਹਨੇ ਕੇਵਲ ਹੀਲ ਹੁੱਜਤ ਕਰਨੀ ਇਹਨੂੰ ਕਹਿੰਦੇ ਹਨ ਉਸਤਖਾਨ। ਦੂਸਰਾ ਮਹਾਰਾਜ ਜੀ ਹੁਣ ਜਿਹਦੇ ਬਾਬਤ ਦੱਸਦੇ ਹਨ ਗੋਸ਼ਤ, ਉਹ ਹੈ ਪੂਜਨੀय ਵੱਡਾ, ਉਹ ਹੈ ਹਿਜ਼ਮਤ ਕਰਵਾਵਨ ਹਿਤ ਧਰ ਕੇ, ਆਪਣੀ ਭਾਵ ਜਿਨ੍ਹਾਂ ਨੇ ਲੁਕਾਈ ਅੰਦਰ ਸੇਵਾ ਕਰਵਾਈ। ਕਰ ਹੰਕਾਰ ਬਦੇ ਨੇ ਕਾਹੂ, ਜਿਨੇ ਹੰਕਾਰ ਕਰ ਅਹੰਕਾਰ ਬਦੈ ਨਾ ਕਾਹੂ, ਜਿਨੇ ਭਾਵ ਜੀਵਨ ਅੰਦਰ ਆਪਣਾ ਹੰਕਾਰ ਛੱਡ ਦਿੱਤਾ। ਗੋਸ਼ਤ ਨਾਮ ਕਹਿਤ ਹੈ ਤਾਉ, ਕਹਿੰਦੇ ਗੋਸ਼ਤ ਦੂਸਰੇ ਨੂੰ, ਇਸ ਨੂੰ ਗੋਸ਼ਤ ਕਹਿੰਦੇ ਹਨ। ਪਠ ਕਰ ਸਿਮਰੇ ਨਾਮ ਜ਼ਰੂਰਾ, ਇਹਨਾਂ ਵਿੱਚੋਂ ਜਿਹੜਾ ਸਾਰਿਆਂ ਵਿੱਚੋਂ ਕਿਤਾਬ ਪੜ੍ਹਨ ਦਾ ਜਿਹੜਾ ਢੰਗ ਹੈ ਮਗਜ਼। ਜਿਨੇ ਪੜ੍ਹੀ ਵੀ, ਪੜ੍ਹ ਕਰਕੇ ਜਿਨੇ ਕਿਸੇ ਨਾਲ ਕੋਈ ਹੀਲ ਹੁੱਜਤ ਨਾ ਕੀਤੀ, ਜਿਨੇ ਆਪਣਾ ਅਹੰਕਾਰ ਵੀ ਗਵਾ ਦਿੱਤਾ, ਜਿਨੇ ਉਹਦੇ ਵਿੱਚੋਂ ਤੱਤ ਪ੍ਰਾਪਤ ਕਰ ਲਿਆ, ਜਿਨੇ ਉਹਦੇ ਵਿੱਚੋਂ ਇੱਕ ਸ਼੍ਰੋਮਣੀ ਰਸਤਾ ਲੱਭ ਲਿਆ। ਸਭ ਮੈਂ ਜਾਣੇ ਅਲੋ ਜ਼ਹੂਰਾ, ਉਹਨੇ ਸਾਰਿਆਂ ਵਿੱਚ ਜਾਣ ਲਿਆ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਉਹਨੇ ਜਾਣ ਲਿਆ ਪਰਿਪੂਰਨ ਪਰਮਾਤਮਾ ਦਾ ਵਾਸਾ। ਜਿਹੜਾ ਇਹ ਤੀਸਰਾ ਜਿਹੜਾ ਮਗਜ਼ ਹੈ, ਜਿਨੇ ਪਰਿਪੂਰਨ ਪਰਮਾਤਮਾ ਦਾ ਸਾਰਿਆਂ ਘਟਾਂ ਦੇ ਅੰਦਰ ਵਾਸਾ ਤੱਕ ਲਿਆ। ਦ્વੈਤ ਹੇਤ ਕੋ ਮੇਟਿਓ ਝਗੜਾ, ਉਹਨੇ ਦ્વੈਤ ਝਗੜਾ ਸਾਰਾ ਕੁਝ ਹੀ ਖਤਮ ਕਰ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਕਈ ਵਾਰ ਜਦੋਂ ਬੈਠੇ ਹੋਈਏ ਜਾਂ ਕਈ ਵਾਰ ਆਪ ਜੀਆਂ ਨੇ ਵੀ ਤੱਕਿਆ ਹੋਵੇਗਾ ਜੀਵਨ ਅੰਦਰ, ਆਪ ਜੀਆਂ ਦੇ ਵੀ ਜੀਵਨ ਦਾ ਤਜਰਬਾ, ਕਿ ਪਾਵਨ ਪਵਿੱਤਰ ਬਾਣੀ ਦੇ ਅਰਥ ਕਰਨੇ ਜਾਂ ਪਾਵਨ ਪਵਿੱਤਰ ਗੁਰਬਾਣੀ ਦੇ ਅਰਥ, ਜਦੋਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਈ ਉਪਦੇਸ਼ ਆਵੇ, ਪਰ ਉਹ ਪੰਕਤੀ ਕਿਸੇ ਦੇ ਉੱਪਰ ਲਾ ਕੇ ਕਰਨੀ, ਇਹ ਫਲਾਣਿਆ ਤੇਰੇ ਵਾਸਤੇ ਆ ਹੈ। ਹਾਲਾਂਕਿ ਪਾਤਸ਼ਾਹ ਜੀਆਂ ਨੇ ਤਾਂ ਜੀਵਨ ਵਿੱਚ ਕਿਹਾ ਹੈ, ਭਾਈ ਆਪਨੜਾ ਗਿਰੀਵਾਨ ਮੈਂ ਸਿਰ ਨਾ ਕਰ। ਆਪ ਪਹਿਲਾਂ ਪ੍ਰਥਮ ਤੂੰ ਰਸਤਾ ਉਹਦੇ ਵਿੱਚੋਂ ਲੱਭ, ਉਹ ਦੂਸਰੇ ਵਾਸਤੇ ਨਹੀਂ ਹੈ, ਪ੍ਰਥਮ ਉਹ ਤੇਰੇ ਵਾਸਤੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਵਿੱਚੋਂ ਲੱਗੇ ਕਹਿਣ ਜੋ ਤੀਸਰਾ ਹੈ ਮਗਜ਼ ਹੈ, ਭਾਵ ਜਿਨੇ ਇਹਨਾਂ ਦੇ ਵਿੱਚੋਂ ਆਣ ਕਰਕੇ ਨਾ ਕਿਸੇ ਨਾਲ ਹੀਲ ਹੁੱਜਤ ਕੀਤੀ, ਦ્વੈਤ ਝਗੜੇ ਸਾਰੇ ਛੱਡ ਦਿੱਤੇ। ਤਜਿਓ ਹੰਕਾਰ ਹਿਰਦੇ ਤੇ ਸਗਰਾ, ਹਿਰਦੇ ਤੋਂ ਸਾਰਾ ਅਹੰਕਾਰ ਛੱਡ ਦਿੱਤਾ। ਮਾਨੈ ਸੀਸ ਖੁਦਾਏ ਰਜ਼ਾਈ, ਔਰ ਖੁਦਾ ਦੀ ਰਜ਼ਾ ਦੇ ਅੰਦਰ ਜਿਹੜਾ ਤੁਰਿਆ ਹੈ। ਮਗਜ਼ ਨਾਮ ਹੈ ਤਾਏ ਕਹਾਈ, ਉਹਨਾਂ ਨੂੰ ਮਗਜ਼ ਭਾਵ ਨੂੰ ਮਗਜ਼, ਇਸ ਨੂੰ ਮਗਜ਼ ਕਹਿੰਦੇ ਹਨ। ਇਹਦੇ ਲੱਛਣ ਇਹ ਹਨ। ਸੁਨ ਸੋ ਕਈ ਕੁਲੈ ਸਿਰ ਧਾਰੀ, ਸਾਨੂੰ ਹੁਣ ਤੁਸੀਂ ਦੱਸੋ ਆ ਕੁਲ ਸਿਰ ਦੇ ਉੱਪਰ ਟੋਪਾ ਕਿਉਂ ਰੱਖਿਆ ਹੈ ਵੱਡੀ, ਇਹ ਜੋ ਟੋਪੀ ਇਹ ਕਿਉਂ ਰੱਖੀ ਹੈ? ਕੈ ਕਾਰਨ
ਮੁਖ ਕਰੋ ਉਚਾਰੀ। ਤੁਸੀਂ ਸਾਨੂੰ ਇਹਦਾ ਕਾਰਨ ਦੱਸੋ। ਤਬ ਬੋਲੇ ਬੇਦੀ ਕੁਲ ਕੇਤਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਦੀ ਕੁਲ ਦੇ ਦੀਪਕ ਬਚਨ ਕਰਦੇ ਹਨ। ਕੁਲੈ ਤਰਨ ਕੋ ਸਮਝੋ ਹੇਤਾ। ਤੁਸੀਂ ਇਹਦਾ ਕਾਰਨ ਜਾਣ ਲਵੋ। ਛੋਟੀ ਕੁਲੈ ਵੱਡੀ ਦਸਤਾਰਾ। ਛੋਟੀ ਕੁਲ ਤਥਾ ਦਸਤਾਰ ਵੱਡੀ ਹੈ। ਤੈਂ ਤਰ ਤਜਿਓ ਸਰਬ ਹੰਕਾਰਾ। ਇਹ ਮੈਂ ਇਸ ਕਾਰਨ ਧਰੀ ਹੈ, ਮੈਂ ਸਾਰਾ ਅਹੰਕਾਰ ਛੱਡ ਦਿੱਤਾ ਹੈ। ਇਹਦੀ ਨਿਸ਼ਾਨੀ ਇਹ ਹੈ। ਹਰੋਂ ਈਰਖਾ ਕਰੋ ਕਨਾਇਤ। ਆਪਣੇ ਹਿਰਦੇ ਵਿੱਚੋਂ ਸਾਰੀ ਈਰਖਾ ਆਦ ਛੱਡ ਕੇ ਯਾਦ ਖੁਦਾਏ ਰੱਖੋ ਹਰ ਸਾਇਤ। ਔਰ ਹਰ ਵਕਤ ਉਸ ਪਰਿਪੂਰਨ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾਉਂਦਾ ਹਾਂ। ਹੋਤ ਕੁਲੈ ਕੋ ਮੁਖਿਓ ਅੰਤਰ। ਔਰ ਕੁਲੇ ਦਾ ਜਿਹੜਾ ਮੂੰਹ ਹੈ ਉਹ ਅੰਦਰ ਮੁਖ ਹੈ। ਨਿਜ ਅੰਤਰ ਕੋ ਸੋਧ ਨਿਰੰਤਰ। ਔਰ ਨਿਤਾ ਪ੍ਰਤ ਮੈਂ ਅੰਦਰ ਦੀ ਸੋਧ ਵਿੱਚ ਜੁੜਿਆ ਹਾਂ। ਚਾਰ ਤਰਕ ਕੀ ਕੁਲੈ ਬਨਾਈ। ਚਾਰ ਟਾਕੀਆਂ ਦੀ, ਚਾਰ ਲੀੜੇ ਕੱਪੜਿਆਂ ਦੀ ਜਿਹੜੀ ਇਹ ਕੁਲੇ ਬਣੀ ਹੋਈ ਹੈ। ਚਾਰੋਂ ਤਰਕ ਦੇਤ ਸਮਝਾਈ। ਜਿਨੇ ਚਾਰ ਤਰਕ ਜਿਨੇ ਸਮਝਾਏ ਹਨ। ਦੁਨੀ ਸੁਰਗ ਸੁਖ ਦੋਹੂ ਤਰਕੇ। ਪਹਿਲਾ ਉਹਨੇ ਦੁਨੀ ਤਥਾ ਪਤਾਲ ਦੇ ਜਿਹੜੇ ਸੁਖ ਜਿਹੜੇ ਉਹਨੇ ਛੱਡਨੇ ਸਿਖਾਏ ਹਨ। ਕਹਿੰਦੇ ਚਾਰ ਟਾਕੀਆਂ ਦੀ ਜੋ ਟੋਪੀ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਲਿਬਾਸ ਦੇ ਵਿੱਚੋਂ ਉਹਨਾਂ ਨੂੰ ਉਹਦੇ ਪਏ ਅਰਥ ਦੱਸਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਲੱਗੇ ਕਹਿਣ ਦੁਨੀ ਸੁਰਗ ਸੁਖ ਦੋ ਤਰਕ ਹੈ। ਭਾਵ ਜਿਹੜੇ ਦੁਨੀ ਤਥਾ ਆਪਣਾ ਅਗਾਂਹ ਦੇ ਜਿਹੜੇ ਜਿਹਨੇ ਸੁਖਾਂ ਦਾ ਤਿਆਗ ਕਰ ਦਿੱਤਾ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਸਾਧ ਸੰਗਤ ਜੋ ਇਉਂ ਵੀ ਬਚਨ ਕਰਦੇ ਆ। ਪੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ। ਕਹਿੰਦੇ ਨਾ ਤਾਂ ਮੈਨੂੰ ਹੁਣ ਸਵਰਗ ਦੇ ਲਾਲਚ ਕਰਕੇ ਵੀ ਮੈਂ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ, ਮੈਂ ਇਸ ਕਰਕੇ ਪ੍ਰਮਾਤਮਾ ਦੀ ਭਗਤੀ ਵਿੱਚ ਨਹੀਂ ਜੁੜਿਆ ਕਿ ਪ੍ਰਮਾਤਮਾ ਤੂੰ ਮੈਨੂੰ ਸਵਰਗ ਦੇ ਸੁਖਾਂ ਦੇ ਵਿੱਚ ਤੂੰ ਮੈਨੂੰ ਲੈ ਕੇ ਜਾਏਗਾ। ਨਹੀਂ, ਬਾਬਾ ਫਰੀਦ ਸਾਹਿਬ ਫਿਰ ਲੋਕ ਵਚਨ ਕਰਦੇ ਹਨ ਕਿ ਭਾਈ ਜੇ ਲਾਲਚ ਵਸ ਹੋ ਕੇ ਹੀ ਇਸ ਪ੍ਰਕਾਰ ਦੇ ਨਾਲ ਭਗਤੀ ਕੀਤੀ ਤਾਂ ਦੱਸ, ਜਾਂ ਲੱਭ ਤਾਂ ਨਹੀਂ ਕਿਆ ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਗਾਈਆ ਛੱਪਰ ਟੁੱਟਾ ਮੇਂ। ਕਹਿੰਦੇ ਇਹਨਾਂ ਵਿੱਚੋਂ ਜਿਨੇ ਇਹ ਛੱਡ ਦਿੱਤੇ, ਮਾਨ ਜੇ ਮੋਹ ਲਿਪਾਏ ਨਾ ਉਰ ਕੋ। ਮਾਨ ਤਥਾ ਮੋਹ ਦੇ ਵਿੱਚ ਜਿਹੜੇ ਲਪਾਏ ਮਾਨ ਨਹੀਂ ਹੁੰਦੇ। ਸੁਨ ਕਰ ਹਾਜੀ ਬਹੁਰ ਅਲਾਈ। ਫਿਰ ਸੁਣ ਕਰਕੇ ਉਹਨਾਂ ਨੇ ਬਚਨ ਕੀਤਾ, ਖਫਨੀ ਰੀਤ ਕਹੋ ਕਿਉਂ ਪਾਈ। ਤੇ ਤੁਸਾਂ ਇਹ ਅਣਸੀਤਾ ਹੋਇਆ ਚੋਲਾ ਕਿਉਂ ਪਾਇਆ ਹੈ, ਖਫਨੀ ਕਿਉਂ ਤੁਸਾਂ ਨੇ ਪਹਿਨੀ ਹੋਈ ਹੈ। ਤਬ ਸ਼੍ਰੀ ਗੁਰ ਨੇ ਬਚਨ ਬਖਾਨਾ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਖਫਨੀ ਜਾਨੋ ਖਫਨ ਸਮਾਨਾ। ਮਹਾਰਾਜ ਕਹਿੰਦੇ ਖਫਨੀ ਤਾਂ ਹੈ ਹੀ ਖਫਣ ਦੀ ਤਰ੍ਹਾਂ, ਹੈ ਹੀ ਖਫਣ ਦੀ ਤਰ੍ਹਾਂ ਇਹ ਖਫਨੀ ਤਾਂ ਮੈਂ ਪਾਈ ਹੈ। ਮੁਰਦਾ ਹੋਏ ਸੋ ਖਫਨੀ ਪਾਵੇ। ਜਿਹੜਾ ਮੁਰਦਾ ਹੈ ਉਹ ਖਫਨੀ ਪਾਉਂਦਾ ਹੈ। ਗੁਰੂ ਗੋਰ ਕੇ बीच ਸਮਾਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਰਦਾ ਹੋਏ ਮੁਰੀਦ ਗੁਰੂ ਗੋਰ ਸਮਾ। ਜਿਹੜਾ ਫਿਰ ਗੁਰੂ ਰੂਪੀ ਕਬਰ ਦੇ ਕੋਲ ਥਾਂ ਉਹਨਾਂ ਨੂੰ ਮਿਲੀ, ਜਿਹੜੇ ਸਾਧ ਸੰਗਤ ਜੀਓ ਮੁਰਦੇ ਹੋ ਕੇ ਆਏ ਗੁਰੂ ਦੇ ਕੋਲ। ਸਿੱਖ ਨੇ ਇੱਕ ਮੁਰਦਾ ਹੋ ਕੇ ਆਉਣਾ ਹੈ ਤੇ ਗੁਰੂ ਇੱਕ ਗੋਰ ਕਹਿੰਦੇ ਨੇ ਕਬਰ ਨੂੰ। ਗੁਰੂ ਰੂਪੀ ਕਬਰ ਦੇ ਅੰਦਰ ਥਾਂ ਉਹਨਾਂ ਨੂੰ ਮਿਲਦੀ ਹੈ, ਕਦੇ ਜਿਉਂਦਿਆਂ ਨੂੰ ਥਾਂ ਨਹੀਂ ਮਿਲਦੀ। ਥਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਮਰ ਜਾਂਦੇ ਨੇ, ਵਕਾਰਾਂ ਵੱਲੋਂ ਜਿਹੜੇ ਮਰ ਗਏ, ਜਿਨ੍ਹਾਂ ਨੇ ਵਕਾਰਾਂ ਦਾ ਤਿਆਗ ਕਰ ਦਿੱਤਾ। ਗੁਰੂ ਰੂਪੀ ਕਬਰ ਵਿੱਚ ਮੁਰਦਿਆਂ ਨੂੰ ਹੀ ਥਾਂ ਦਿੱਤੀ ਜਾਂਦੀ ਹੈ, ਜਿਉਂਦਿਆਂ ਨੂੰ ਨਹੀਂ। ਜਿਹੜੇ ਵਕਾਰਾਂ ਵੱਲੋਂ ਮਰ ਗਏ, ਗੋਰ ਨਮਾਣੀ ਛੱਡ ਕਰੈ ਨਿਕਰਿਆ, ਘਰ ਆਓ ਸਰਪਰ ਮੈਥੈ ਆਵਣਾ ਮਰਨੋ ਨਾ ਦਰਿਆਓ। ਗੁਰੂ ਨੇ ਆਵਾਜ਼ ਦਿੱਤੀ ਸਿੱਖ ਨੂੰ, ਤੂੰ ਮੇਰੇ ਕੋਲ ਹੀ ਆਉਣਾ ਹੈ, ਤੂੰ ਵਕਾਰਾਂ ਵੱਲੋਂ ਮਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਲਿਬਾਸ ਖਫਨੀ ਕੁਲੈ, ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਬਾਬਤ ਇਹਨਾਂ ਦੇ ਅਰਥ ਉਸ ਥਾਂ ਤੇ ਪੀਰ ਬਹਾਵਲਦੀਨ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਕਰਕੇ ਉਸ ਥਾਂ ਤੇ ਦੱਸੇ ਹਨ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ
ਅਗਾਂਹ ਨੂੰ ਮੱਕੇ ਮਦੀਨੇ ਜਾਣ ਦੀ ਜ਼ਿਆਰਤ ਨੂੰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚਾਲਾ ਪਾਉਂਦੇ ਹਨ। ਅਗਲੇ ਪ੍ਰਸੰਗਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਤਿਗੁਰੂ ਦੀ ਮਿਹਰ ਮਿਹਰਮਤ ਸਦਕਾ ਸਰਵਣ ਕਰਾਂਗੇ। ਸਮਾਂ ਇੱਥੇ ਹੀ ਸਮਾਪਤ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ